ਅੱਜ ਦੇ ਦਿਨ ਹੋਇਆ, ਜਿਸ ਵਿੱਚ 30,000 ਦੇ ਵਿੱਚ 30,000 ਕਰੀਬ ਸਿੰਘ ਸਿੰਘਣੀਆਂ ਦੇ ਕਤਲ ਹੋਏ ਅਤੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਅਤੇ ਅੱਜ ਦਾ ਦਿਨ ਲਈ ਉਹ ਸਾਰੀ ਜੋ ਗੁਰਮਤਿ ਵਿਚਾਰ ਹੈ ਉਹ ਹੈੱਡ ਗ੍ਰੰਥੀ ਸਾਹਿਬ ਵੱਲੋਂ ਹੋਵੇਗੀ। ਅਤੇ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਕਿਉਂਕਿ ਦਿਹਾੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਹਾੜਾ ਹੈ, ਜਿਹੜੀ ਆਪਾਂ ਨੂੰ ਆਮ ਤੌਰ 'ਤੇ ਸਾਨੂੰ ਹੀ ਨਹੀਂ ਪਤਾ, ਕਈ ਗੱਲਾਂ ਦਾ ਆਪਾਂ ਬੱਚਿਆਂ ਨੂੰ ਅੱਗੇ ਕੀ ਦੱਸਾਂਗੇ। ਅਤੇ ਇਸ ਲਈ ਬੇਨਤੀ ਹੈ ਕਿ ਸਾਰਿਆਂ ਨੇ ਇਸ ਕਥਾ ਲਈ ਜ਼ਰੂਰ ਜੁੜਨਾ ਹੈ, ਚਾਹੇ ਤੁਸੀਂ ਘਰਾਂ 'ਚ ਬੈਠੇ ਹੋ, ਚਾਹੇ ਕਿਤੇ ਵੀ ਬੈਠੇ ਹੋ, ਔਨਲਾਈਨ ਸਾਰਾ ਚੱਲ ਰਿਹਾ ਸਿਸਟਮ। ਅਤੇ ਇਹ ਜ਼ਰੂਰੀ ਨੇ ਚੀਜ਼ਾਂ ਤਾਂ ਕਿ ਆਪਾਂ ਨੂੰ, ਕਿਉਂਕਿ ਸਭ ਤੋਂ ਬਹੁਤ ਵੱਡਾ ਦਿਹਾੜਾ ਹੈ, ਕਿ ਬਹੁਤ ਜ਼ਿਆਦਾ ਸਿੰਘ ਸਿੰਘਣੀਆਂ ਦੀ ਸ਼ਹੀਦੀ ਹੋਈਆਂ ਨੇ। ਅਤੇ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਵਿਚਾਰ ਆਰੰਭ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੂ, ਸੂਰੇ ਸੇਈ ਆਗੇ ਆਖੀਐ, ਦਰਗਾ ਪਾਵੈ ਸਾਚੀ ਮਾਣੂ, ਦਰਗਾ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੈ ਆਪੋ, ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ, ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨ, ਮਰਨੇ ਤੇ ਕਿਆ ਡਰਪਣਾ, ਜੋ ਹਾਥ ਸੰਧੌਰਾ ਲੀਨ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਆਪ ਜੀ ਨੇ ਹੁਣੇ ਹੀ ਸਾਂਝ ਪਾਈ ਹੈ। ਅੱਜ ਦਾ ਜੋ ਇਤਿਹਾਸਕ ਦਿਹਾੜਾ ਹੈ, ਵੱਡਾ ਘੱਲੂਘਾਰਾ, ਇਸ ਰੂਪ ਅੰਦਰ ਇਤਿਹਾਸ ਵਿੱਚ ਬੜਾ ਵਿਲੱਖਣ ਇਹ ਦਿਹਾੜਾ ਹੈ, ਜਦੋਂ 30,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ। 36 ਘੰਟੇ ਉਹ ਗੁਰੂ ਕੇ ਪਿਆਰੇ ਨਿਰੰਤਰ ਜੂਝੇ ਸਨ। ਜੇ ਆਪਾਂ ਤਵਾਰੀਖ ਨੂੰ ਵੇਖਦੇ ਹਾਂ, ਉਹਨਾਂ ਸਮਿਆਂ 'ਚ 3, 4, 5 ਫਰਵਰੀ 1762 ਹਮਲਾਵਰ ਸੀ ਅਬਦਾਲੀ, ਨਾਲ ਜਹਾਨ ਖਾਂ, ਭੀਖਣ ਖਾਂ, ਹੋਰ ਵੀ ਬੜੇ ਸਹਾਇਕ ਸਨ। ਸੋ ਆਓ ਆਪਾਂ ਥੋੜ੍ਹਾ ਜਿਹਾ ਇਸ ਦਿਹਾੜੇ ਨੂੰ ਸਮਝਣ ਦਾ, ਵਿਚਾਰਨ ਦਾ, ਇਹਦੇ ਕੋਲੋਂ ਸੇਧ ਲੈਣ ਦਾ ਯਤਨ ਕਰਦੇ ਹਾਂ। ਜਿੰਨੇ ਵੀ ਆਪ ਜੀ ਸੱਜੇ ਹੋ, ਸਾਰੇ ਪਿਆਰ ਸਹਿਤ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਉਹਨਾਂ ਮਹਾਨ ਬਜ਼ੁਰਗਾਂ ਨੇ ਲਾਲਚ ਤੋਂ, ਸਵਾਰਥ ਤੋਂ, ਖੁਦਗਰਜ਼ੀਆਂ ਤੋਂ ਉੱਪਰ ਉੱਠ ਕੇ ਤੇ ਐਸੇ ਇਤਿਹਾਸ ਦੇ ਪੂਰਨੇ ਪਾਏ ਨੇ, ਜਿਹਨੂੰ ਸ਼ਾਇਦ ਆਪਾਂ ਕਦੇ ਭੁਲਾ ਨਹੀਂ ਸਕਾਂਗੇ। ਜੋ ਸਤਿਗੁਰ ਦੇ ਦਰ ਘਰ ਦੀ ਮਹਿਮਾ ਹੈ, ਵੈਸੇ ਤੇ ਹਰੇਕ ਦਿਨ ਹੀ ਸਿੱਖ ਤਵਾਰੀਖ ਅੰਦਰ ਲਹੂ ਦਾ ਭਿੱਜਿਆ ਸਾਨੂੰ ਮਿਲ ਜਾਂਦਾ ਹੈ, ਕਿਉਂਕਿ ਐਸੀਆਂ ਖੂਨ ਦੀਆਂ ਨਦੀਆਂ ਉਹਨਾਂ ਪਿਆਰਿਆਂ ਨੇ ਤਰੀਆਂ ਨੇ, ਤਾਂ ਫਿਰ ਐਸਾ ਮਹਾਨ ਇਤਿਹਾਸ ਬਣਿਆ ਹੈ, ਉਹ ਲਿਖਿਆ ਗਿਆ ਹੈ। ਸੋ ਗੁਰਮੁਖ ਪਿਆਰਿਓ, ਜਦੋਂ ਵੀ ਆਪਾਂ ਸਿੱਖਾਂ ਦਾ ਜ਼ਿਕਰ ਕਰਦੇ ਹਾਂ, ਉੱਥੇ ਸਾਕਿਆਂ ਦਾ ਜ਼ਿਕਰ ਆਉਂਦਾ ਹੈ, ਘੱਲੂਘਾਰਿਆਂ ਦਾ ਜ਼ਿਕਰ ਆਉਂਦਾ ਹੈ, ਮੋਰਚਿਆਂ ਦਾ ਜ਼ਿਕਰ ਆਉਂਦਾ ਹੈ। ਇਹ ਸਾਰੇ ਸ਼ਬਦ ਨੇ ਸਾਡੇ ਸਿੱਖ ਇਤਿਹਾਸ 'ਚੋਂ ਪੈਦਾ ਹੋਏ ਨੇ। ਅਤੇ ਗੁਰਮੁਖ ਜਨੋ, ਜੋ ਸਤਿਗੁਰਾਂ ਨੇ ਸਾਨੂੰ ਪੂਰਨੇ ਹੀ ਐਸੇ ਧਰਮ ਦੇ ਰਾਹ ਦੇ ਪਾ ਕੇ ਸਮਝਾਏ ਨੇ, ਜੇ ਸੱਚ ਨੂੰ ਜਿਉਣਾ ਹੈ ਜ਼ਿੰਦਗੀ ਅੰਦਰ,
ਤੇ ਉਹਦੇ ਵਾਸਤੇ ਫਿਰ ਮਰਨਾ, ਕੁਰਬਾਨੀ ਦੇਣ ਨੂੰ ਵੀ ਤਿਆਰ ਹੋ ਜਾਣਾ ਚਾਹੀਦਾ ਹੈ। ਤੇ ਵੇਖੋ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਸਿੱਖਾਂ ਨੇ ਤੁਰਦਿਆਂ ਹੋਇਆਂ ਮਨੁੱਖਤਾ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਉਹ ਗੱਲ ਵੱਖਰੀ ਹੈ। ਜਿਨ੍ਹਾਂ ਨੂੰ ਆਪਣੇ ਜਾਣ ਕੇ ਕੁਰਬਾਨੀਆਂ ਦਿੱਤੀਆਂ ਨੇ, ਅੱਜ ਸਿੱਖ ਉਹਨਾਂ ਵਿੱਚ ਵੀ ਬੇਗਾਨਾਪਨ ਮਹਿਸੂਸ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਥੋੜ੍ਹੀ ਜਿਹੀ ਮੈਂ ਬੇਨਤੀ ਕਰਾਂ, ਘੱਲੂਘਾਰਾ ਸ਼ਬਦ ਕੀ ਹੈ? ਜਦੋਂ ਆਪਾਂ ਮਹਾਨ ਕੋਸ਼ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ, ਘੱਲੂਘਾਰਾ ਦਾ ਅਰਥ ਹੁੰਦਾ ਹੈ ਸਰਵਨਾਸ਼। ਵੈਸੇ ਤੇ ਕਈ ਆਪਾਂ ਕਹਿੰਦੇ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਵੀ ਵਰਤਿਆ ਸੀ 1746, ਲਖਪਤ ਰਾਏ, ਜਸਪਤ ਰਾਏ, ਕਾਹਨੂੰਵਾਲ ਦੇ ਛੰਭ। ਇਹਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। 30,000 ਤੋਂ ਵੱਧ ਸਿੰਘ ਸਿੰਘਣੀਆਂ ਸ਼ਹੀਦ ਹੋਏ। 84 ਦਾ ਵੀ ਘੱਲੂਘਾਰਾ ਕਿਹਾ ਜਾਂਦਾ ਹੈ। ਬੜੇ ਸਿੱਖਾਂ ਨੇ ਆਪਣੇ ਪਿੰਡੇ ਤੇ ਘੱਲੂਘਾਰੇ ਝੱਲੇ ਨੇ। ਤੇ ਜੇ ਆਪਾਂ ਸਾਕੇ ਦੀ ਗੱਲ ਕਰਦੇ ਹਾਂ, ਸਾਕੇ 'ਚ ਹੁੰਦਾ ਕੋਈ ਇੱਕ ਜਾਣਾ ਜਾਂ ਇੱਕ ਤੋਂ ਜ਼ਿਆਦੇ, ਜਦੋਂ ਕੋਈ ਸ਼ਹਾਦਤ ਦਾ ਜਾਮ ਪੀਂਦੇ ਨੇ, ਉਹ ਸਾਕਾ ਹੁੰਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਕਾ ਵਰਤਾਇਆ, ਧਰਮ ਹੇਤ ਸਾਕਾ ਜਿਨ ਕੀਆ, ਸ਼ੀਸ਼ ਦਿਆ ਪਰ ਸਿਰ ਨਾ ਦਿਆ। ਸਾਕੇ ਦਾ ਸੰਬੰਧ ਵੀ ਗੁਰਮੁਖੋ ਇਸ ਵਿਹੜੇ ਨਾਲ ਹੈ। ਘੱਲੂਘਾਰਿਆਂ ਦਾ ਸੰਬੰਧ ਵੀ ਵਿਹੜੇ ਨਾਲ ਹੈ। ਮੋਰਚਿਆਂ ਦਾ ਸੰਬੰਧ ਵੀ ਵਿਹੜੇ ਨਾਲ ਹੈ। ਭਾਵੇਂ ਦੇਸ਼ ਦੀ ਆਜ਼ਾਦੀ ਦੀ ਆਪਾਂ ਗੱਲ ਕਰੀਏ, ਉਹ ਕਾਲੇ ਪਾਣੀ ਦੀ ਸਜ਼ਾ ਮੋਰਚੇ ਗੁਰੂ ਕੇ ਪਿਆਰੇ ਸਿੰਘਾਂ ਨੇ, ਸਿੱਖਾਂ ਨੇ ਸਭ ਤੋਂ ਵੱਧ ਲਾਏ ਨੇ। ਮੋਰਚਿਆਂ ਦਾ ਇਤਿਹਾਸ, ਅੱਜ ਵੀ ਮੋਰਚਾ ਲੱਗਾ ਹੈ, ਉਹ ਵੀ ਉਸੇ ਟੇਕ, ਉਸੇ ਆਸਰੇ ਦੇ ਉੱਤੇ ਆਧਾਰਿਤ ਹੈ। ਸੋ ਕੋਈ ਵੀ ਕੌਮ ਹੁੰਦੀ ਹੈ ਨਾ ਗੁਰਮੁਖੋ, ਉਹਦਾ ਕੁਝ ਆਧਾਰ ਹੁੰਦਾ ਹੈ। ਇੱਕ ਕਲਾਮ ਤੇ ਇੱਕ ਮੁਕਾਮ। ਆ ਵੇਖੋ ਘੱਲੂਘਾਰਿਆਂ 'ਚ ਕੀ ਹੁੰਦਾ ਹੈ? ਇਹ ਹੁੰਦਾ ਵੀ ਕਿਸੇ ਕੌਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ। ਉਹਦੇ ਵਾਸਤੇ ਫਿਰ ਕੀ ਕੀਤਾ ਜਾਂਦਾ ਹੈ? ਇੱਕ ਤੇ ਮੁਕਾਮ ਨੇ ਜਿਹੜੇ ਧਾਰਮਿਕ ਥਾਂ ਹੈ। ਵੇਖੋ ਦਰਬਾਰ ਸਾਹਿਬ ਨੂੰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਢਾਇਆ ਗਿਆ ਕਿੰਨੀ ਵਾਰ। ਛੋਟੇ ਘੱਲੂਘਾਰੇ ਦੇ ਸਮੇਂ ਵੀ ਉਹ ਲਖਪਤ ਰਾਏ, ਜਸਪਤ ਰਾਏ, ਦੁਰਾਨੀ ਨੇ ਐਸਾ ਕੀਤਾ ਹੈ। ਤੇ ਗੁਰਮੁਖੋ ਇਹ ਹੁੰਦਾ ਹੈ ਵੀ ਕਲਾਮ ਤੇ ਮੁਕਾਮ। ਕਲਾਮ ਦਾ ਅਰਥ ਹੈ ਬਾਣੀ, ਵੀ ਇਹਨਾਂ ਦਾ ਕਲਾਮ ਬਾਣੀ ਮੁਕਾ ਦਿੱਤੀ ਜਾਏ। ਕਿੰਨੀਆਂ ਸੱਟਾਂ ਮਾਰਨ ਦਾ ਯਤਨ ਕੀਤਾ ਹੈ ਗੁਰਮੁਖੋ, ਆਪਾਂ ਹੁਣ ਵਕਤੀ ਤੌਰ ਤੇ ਵੀ ਵੇਖਿਆ ਨਾ। ਤੇ ਹੁੰਦਾ ਵੀ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹਦਾ ਮੁਕਾਮ, ਉਹਦੇ ਧਾਰਮਿਕ ਥਾਂ ਢਾਹ ਦਿੱਤੇ ਜਾਣ, ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਉਹ ਖਤਮ ਕਰ ਦਿੱਤੀ ਜਾਏ। ਤੇ ਸੱਚ ਜਾਣਿਓ ਐਸਾ ਵਾਪਰਦਾ ਆਇਆ, ਪਰ ਗੁਰੂ ਕੇ ਪਿਆਰੇ ਕਿੰਨੇ ਦ੍ਰਿੜ ਰਹੇ ਨੇ, ਉਹ ਮੁਕਾਮ ਵੀ ਖਲੋਤੇ ਨੇ। ਤੇ ਸੱਚ ਜਾਣਿਓ ਕਲਾਮ ਨੂੰ ਵੀ, ਬਾਣੀ ਨੂੰ ਵੀ ਸਿੱਖ ਸੀਨੇ ਨਾਲ ਲਾ ਕੇ ਰੱਖਦੇ ਸਨ। ਸਦਾ ਹੀ ਪਤਾ ਸੀ ਇਹ ਜੀਵਨ ਦਾ ਆਧਾਰ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੋਤੀ ਜੋਤ ਸਮਾਏ। ਤੇ ਤੁਸੀਂ ਇਤਿਹਾਸ ਵੇਖਿਓ, ਬਾਬਾ ਬੰਦਾ ਸਿੰਘ ਬਹਾਦਰ 1716 ਨੂੰ ਸ਼ਹੀਦ ਹੋਏ। 1716 ਤੋਂ 1765 ਤੱਕ ਇਹਨੂੰ ਇਤਿਹਾਸ ਕਹਿੰਦੇ ਨੇ। 50 ਸਾਲ ਦਾ ਇਤਿਹਾਸ, ਇਹ ਸੰਕਟਕਾਲੀਨ ਇਤਿਹਾਸ ਹੈ। ਉਹ ਸਿੱਖ ਜੰਗਲ ਬੇਲਿਆਂ 'ਚ ਰਹਿੰਦੇ ਨੇ, ਘਰ ਘਾਟ ਹੈ ਨਹੀਂ, ਇਨਾਮ ਰੱਖੇ ਗਏ ਨੇ ਸਿਰਾਂ ਦੇ ਇਨਾਮ। ਤੇ ਗੁਰਮੁਖੋ ਕਿੰਨਾ ਕੁਝ ਵਾਪਰਦਾ ਗਿਆ। ਇਹ ਸੰਕਟਕਾਲੀਨ ਇਤਿਹਾਸ ਹੈ। ਸ਼ਹੀਦੀਆਂ ਹੁੰਦੀਆਂ ਨੇ, ਭਾਈ ਤਾਰਾ ਸਿੰਘ ਵਾਹ, ਭਾਈ ਮਨੀ ਸਿੰਘ, ਬਾਬਾ ਸੁੱਖਾ ਸਿੰਘ, ਤੇ ਗੁਰਮੁਖ ਪਿਆਰੇ ਸੁਬੇਗ ਸਿੰਘ, ਸ਼ਾਹਬਾਜ ਸਿੰਘ, ਕਿੰਨੇ ਜਾਣੇ, ਭਾਈ ਤਾਰਾ ਸਿੰਘ ਵਾਹ, ਭਾਈ ਤਾਰੂ ਸਿੰਘ ਜੀ, ਕਿੰਨਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ। ਤੇ ਜਦੋਂ ਫਿਰ ਬਾਹਰੀ ਹਮਲਾਵਰ ਆਏ, 1-2 ਸਾਲ ਦੀ ਗੱਲ ਨਹੀਂ ਗੁਰਮੁਖੋ, ਕਈ ਸਦੀਆਂ ਦਾ ਜ਼ਿਕਰ ਆਉਂਦਾ ਹੈ। ਇਹ ਹਿੰਦੁਸਤਾਨ ਦੀ ਧਰਤੀ ਗੁਲਾਮ ਰਹੀ ਹੈ ਕਿੰਨੇ ਸਮੇਂ ਤੋਂ। ਉਹ ਗਜ਼ਨੀ ਆਇਆ, ਉਹ ਮੁਗਲ ਆਏ, ਉਹ ਪਠਾਨ ਆਏ, ਕਿੰਨੇ ਜਾਣੇ ਆਏ, ਪਰ ਗੁਰੂ ਕੇ ਸਿੱਖਾਂ ਨੇ ਅੱਗੇ ਹਿੱਕ ਡਾਈ ਹੈ।
ਜਦੋਂ ਵੀ ਹਮਲਾਵਰ ਆਉਂਦੇ ਸਨ, ਗੁਰੂ ਕੇ ਪਿਆਰੇ ਇਕੱਠੇ ਹੋ ਕੇ ਲੋਕਾਂ ਦੀ, ਆਮ ਮਨੁੱਖਤਾ ਦੀ ਰਾਖੀ ਕਰਿਆ ਕਰਦੇ ਨੇ। ਤੇ ਜਦੋਂ ਅਹਿਮਦ ਸ਼ਾਹ ਅਬਦਾਲੀ, ਇਸ ਤੋਂ ਪਹਿਲੋਂ ਦੁਰਾਨੀ ਆਇਆ ਨਾਦਰ ਸ਼ਾਹ, 1739 ਤੋਂ ਲੈ ਕੇ ਗੁਰਮੁਖੋ 1747 ਦੇ ਲਗਭਗ ਲਗਾਤਾਰ ਹਮਲੇ ਕੀਤੇ ਨੇ। ਤੇ ਪੁੱਛਿਆ ਸੀ ਉਹਨੂੰ, ਨਾਦਰ ਕਹਿਆ ਖਾਨੂ ਆਹੇ ਹਮਕੋ ਲੂਟਣ ਹਾਰ ਬਤਾਹੇ। ਉਹ ਨਾਦਰ ਸ਼ਾਹ ਨੇ ਕਿਹਾ ਸੀ ਜ਼ਕਰੀਆ ਖਾਨ ਨੂੰ, ਜ਼ਕਰੀਆ ਖਾਂ ਵੇਖ ਮੈਂ ਨਾਦਰ ਸ਼ਾਹ ਹਾਂ, ਹਿੰਦੁਸਤਾਨ ਨੂੰ ਮੈਂ ਲੁੱਟਿਆ, ਜਿਹਦੇ ਕੋਲੋਂ ਧਨ ਮੰਗਿਆ ਧਨ ਦੇਤਾ, ਜਿਹਦੇ ਕੋਲੋਂ ਜੋ ਚੀਜ਼ ਮੰਗੀ ਮੇਰੇ ਅੱਗੇ ਢੇਰੀ ਕਰਤੀ। ਸਿੱਖ ਕਿਹੜੇ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ? ਤੇ ਜਵਾਬ ਦਿੱਤਾ ਸੀ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੋ ਹਯਾਤ ਦਿਓ ਹੈ, ਕਾਣ ਨਾਏ ਕਿਸੂ ਕੀ ਰਾਖਤ, ਸ਼ਹਿਨਸ਼ਾਹ ਖੁਦ ਹੀ ਕੋ ਪਾਖਤ। ਵੀ ਇਹ ਕਿਸੇ ਦੀ ਕਾਣ ਨਹੀਂ ਰੱਖਦੇ, ਆਪਣੇ ਆਪ ਨੂੰ ਇਹ ਸ਼ਹਿਨਸ਼ਾਹ ਸਮਝਦੇ ਨੇ। ਤੇ ਅਬਦਾਲੀ ਉਸ ਤੋਂ ਬਾਅਦ ਆਉਂਦਾ ਹੈ, ਲਗਾਤਾਰ ਹਮਲੇ ਹੁੰਦੇ ਨੇ। 1747-48 ਤੱਕ ਨਾਦਰ ਸ਼ਾਹ ਨੇ ਹਮਲੇ ਕੀਤੇ, ਉਹਦਾ ਕਤਲ ਹੋਇਆ। ਫਿਰ ਅਹਿਮਦ ਸ਼ਾਹ ਅਬਦਾਲੀ, ਤੁਸੀਂ ਇਤਿਹਾਸ ਪੜ੍ਹਿਓ ਜਾਂ ਕਹਾਵਤਾਂ ਐਵੇਂ ਨਹੀਂ ਪ੍ਰਚਲਿਤ ਹੋ ਜਾਂਦੀਆਂ। ਇਹ ਕਿਹਾ ਜਾਂਦਾ ਸੀ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਉਹ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਲੋਕਾਂ ਨੂੰ ਪਤਾ ਸੀ ਅਹਿਮਦ ਸ਼ਾਹ ਅਬਦਾਲੀ ਨੇ ਆਉਣਾ ਤੇ ਸਾਡਾ ਧਨ ਕਾਰੋਬਾਰ ਲੁੱਟ ਕੇ ਲੈ ਜਾਣਾ ਹੈ। ਇੱਕ ਵਾਰ ਨਹੀਂ, ਕਈ ਵਾਰ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ। ਤੇ ਆਪਾਂ ਪਾਣੀਪਤ ਦੀ, ਕਿਉਂਕਿ ਦੋ ਕੌਮਾਂ ਬੜੀਆਂ ਅਣਖੀ ਨੇ ਇਸ ਦੇਸ਼ ਅੰਦਰ ਗੁਰਮੁਖੋ, ਇੱਕ ਮਰਹੱਟੇ, ਇੱਕ ਗੁਰੂ ਕਾ ਖਾਲਸਾ। ਤੁਸੀਂ ਵੇਖਿਓ ਮਰਹੱਟਿਆਂ ਨੇ ਵੀ, ਪਰ ਪਾਣੀਪਤ ਦੀ ਜਿਹੜੀ ਆਖਰੀ ਲੜਾਈ ਸੀ, ਅਹਿਮਦ ਸ਼ਾਹ ਅਬਦਾਲੀ ਨੇ ਇਹ 5ਵਾਂ ਹਮਲਾ ਕੀਤਾ ਹੈ। ਤੇ ਜਿੱਥੇ ਮਰਹੱਟਿਆਂ ਨੂੰ ਹਰਾ ਦਿੱਤਾ, ਉੱਥੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਸੀ। ਫਿਰ ਵਾਪਸ ਪਰਤਿਆ ਸੀ, ਸਿੱਖਾਂ ਨੇ ਫਿਰ ਹਿੱਸਾ ਵੰਡਾਇਆ ਤੇ ਕਿਹਾ ਸੀ ਤੂੰ ਮਰਹੱਟਿਆਂ ਨੂੰ ਭਾਵੇਂ ਹਰਾ ਦੇਂ, ਖਤਮ ਕਰੇ, ਪਰ ਇਹ ਖਾਲਸਾ ਤੇਰੇ ਕੋਲ ਹਾਰੇਗਾ ਨਹੀਂ। ਇਹ ਸਦਾ ਤੇਰੇ ਅੱਗੇ ਇੱਕ ਡਾਕ ਕੇ ਖਲੋਏਗਾ। ਤੇ ਗੁਰਮੁਖ ਪਿਆਰਿਆਂ ਨੇ ਵੇਖੋ ਵਿਉਂਤਬੰਦੀਆਂ ਬਣਾਈਆਂ। ਸਭ ਤੋਂ ਪਹਿਲੋਂ ਦੋ ਜੱਥੇ ਬਣਦੇ ਨੇ, ਬੁੱਢਾ ਦਲ ਤੇ ਤਰਨਾ ਦਲ। ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ, 1733 ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਗੁਰਮੁਖੋ। 1734 ਨੂੰ ਗੁਰਮਤਾ ਹੁੰਦਾ ਹੈ। ਦੋ ਦਿਹਾੜੇ, ਦੀਵਾਲੀ ਤੇ ਵਿਸਾਖੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਲ ਵਿੱਚ ਦੋ ਗੁਰਮਤੇ ਹੁੰਦੇ ਸਨ, ਦੀਵਾਲੀ ਨੂੰ ਤੇ ਵਿਸਾਖੀ ਨੂੰ, ਜਿੱਥੇ ਗੁਰਮਤਾ ਗੁਰੂ ਪਿਆਰੇ ਇਕੱਠੇ ਹੋ ਕੇ ਫੈਸਲਾ ਕਰਿਆ ਕਰਦੇ ਸਨ। 1734 ਨੂੰ ਗੁਰਮਤਾ ਹੋਇਆ ਵੀ ਪੰਥ ਨਾ ਖੇਰੂ ਖੇਰੂ ਹੋ ਜਾਏ। ਦੋ ਦਲ ਬਣ ਗਏ, ਬੁੱਢਾ ਦਲ ਤੇ ਤਰੁਣਾ ਦਲ। ਸੇਵਾ ਸੌਂਪੀ ਗਈ, ਸਾਰਿਆਂ ਨੇ ਰਲ ਮਿਲ ਕੇ ਆਪਣੇ ਸਿੱਖ ਫੁਲਵਾੜੀ ਨੂੰ ਬਚਾਇਆ। ਫਿਰ ਜਦੋਂ ਕੁਝ ਖੜੋਤ ਆ ਗਈ, ਕੁਝ ਹੋਰ ਜਥੇਬੰਦੀਆਂ, ਫਿਰ ਗੁਰਮੁਖ ਪਿਆਰਿਆਂ ਨੇ ਗੁਰਮਤਾ ਕੀਤਾ ਸੀ। ਤੇ ਫਿਰ ਸਾਰੀਆਂ ਮਿਸਲਾਂ ਬਣਾ ਦਿੱਤੀਆਂ ਸੀ, ਜਿੱਥੇ ਆਪਾਂ ਮਿਸਲਾਂ ਦਾ ਇਤਿਹਾਸ ਵੇਖਦੇ ਹਾਂ। ਤੇ ਗੁਰਮੁਖੋ ਸਮੇਂ ਦਾ ਪੰਧ ਅੱਗੇ ਤੁਰਦਾ ਹੈ। ਤੇ ਜਦੋਂ ਫਿਰ ਅਹਿਮਦ ਸ਼ਾਹ ਅਬਦਾਲੀ ਰੋਹਤਾਸ ਤੱਕ ਜਾਂਦਾ ਹੈ, ਤੇ ਗੁਰੂ ਕੇ ਪਿਆਰੇ ਹਮਲਾ ਕਰਦੇ ਸਨ। ਤੇ ਜਦੋਂ ਹਮਲਾਵਰ ਕੋਈ ਲੁੱਟ ਕੇ ਲੈ ਜਾਂਦਾ ਸੀ, ਉਹਦੇ ਜਾਣ ਤੋਂ ਬਾਅਦ ਫਿਰ ਗੁਰੂ ਕੇ ਪਿਆਰੇ ਲਾਹੌਰ ਨੂੰ ਮੱਲਦੇ ਸਨ ਤੇ ਸਰਹੰਦ ਮੱਲ ਲਿਆ ਕਰਦੇ ਸਨ। ਫਿਰ ਗੁਰੂ ਦੇ ਦਰਬਾਰ ਜਿਹੜੇ ਸਨ ਉਹ ਸਜਾ ਦਿੱਤੇ ਜਾਇਆ ਕਰਦੇ ਸਨ। ਕਿੰਨੀ ਵਾਰ ਸ੍ਰੀ ਹਰਿਮੰਦਰ ਸਾਹਿਬ ਢਾਇਆ, ਸਰੋਵਰ ਪੂਰਿਆ ਗਿਆ, ਗੁਰੂ ਕੇ ਪਿਆਰੇ ਫਿਰ ਉਹ ਉਸਾਰੀ ਕਰ ਦਿੰਦੇ ਸਨ। ਕਿਲ੍ਹਾ ਰਾਮਗੜ੍ਹ ਬਣਾਇਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ, ਇਹਦੀ ਸੇਵਾ ਸੀ ਜੋ ਰਾਮਗੜੀਆ ਮਿਸਲ ਦੇ ਜਥੇਦਾਰ ਜੱਸਾ ਸਿੰਘ ਰਾਮਗੜੀਆ। ਰਾਮਗੜੀਆ ਸ਼ਬਦ ਉਹ ਜਾਤੀ ਸੂਚਕ ਸ਼ਬਦ ਨਹੀਂ ਹੈ, ਅਸਲ ਵਿੱਚ ਉਹਨਾਂ ਨੂੰ ਕਿਲ੍ਹੇ ਦੀ ਸੇਵਾ ਮਿਲੀ ਸੀ, ਜਿਹੜਾ ਰਾਮਗੜ੍ਹ ਕਿਲ੍ਹਾ ਬਣਾਇਆ ਸੀ। ਗੁਰੂ ਪੰਥ ਨੇ ਇਹ ਫੈਸਲਾ ਕੀਤਾ ਸੀ, ਉਹ ਜੱਸਾ ਸਿੰਘ ਦੀ ਨਿਗਰਾਨੀ 'ਚ ਬਣਿਆ ਤੇ ਨਾਮ ਫਿਰ ਜੱਸਾ ਸਿੰਘ ਰਾਮਗੜੀਆ ਪੈ ਗਿਆ। ਗੁਰੂ ਪਿਆਰਿਆਂ ਨੇ ਕਿਲ੍ਹੇ ਉਸਾਰ ਲਏ
ਤੇ ਜਦੋਂ ਅਬਦਾਲੀ 5ਵਾਂ ਹਮਲਾ ਕਰਕੇ ਮੁੜਦਾ ਹੈ ਤੇ ਗੁਰੂ ਕੇ ਸਿੱਖਾਂ ਨੇ ਫੈਸਲੇ ਕੀਤੇ ਵੀ ਜਿਹੜੇ ਸੂਹੀਏ ਸਨ, ਗਦਾਰ ਸਨ, ਜਿਵੇਂ ਹਰ ਭਗਤ ਨਿਰੰਜਨੀਆ ਸੀ, ਆਕਲ ਦਾਸ ਸੀ, ਆ ਜੰਡਿਆਲੇ ਦੇ ਇਸ ਮਾਝੇ ਦੇ ਰਹਿਣ ਵਾਲੇ। ਇੱਕ ਰਾਮੇ ਰੰਧਾਵੇ ਦਾ ਵੀ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਗੁਰੂ ਕੇ ਪਿਆਰਿਆਂ ਨੇ ਇਹ ਸੋਧ ਕੀਤੀ ਵੀ ਚਲੋ ਇਹ ਜਿਹੜੇ, ਕਿਉਂਕਿ ਸਿੱਖੀ ਨੂੰ ਦੋ ਗੱਲਾਂ ਇਤਿਹਾਸ ਵਿੱਚ ਵੇਖਦੇ ਹੋ, ਜਦੋਂ ਆਪਾਂ ਡਿੱਗਦੇ ਹਾਂ ਜਾਂ ਗਦਾਰਾਂ ਕਰਕੇ ਜਾਂ ਕਈ ਵਾਰ ਕਿਰਦਾਰ ਕਰਕੇ ਡਿੱਗ ਜਾਂਦੇ ਹਾਂ। ਗੁਰਮੁਖੋ, ਉਹ ਸਾਡੇ ਬਜ਼ੁਰਗਾਂ ਦਾ ਕਿਰਦਾਰ ਸੀ। ਹਥਿਆਰਾਂ ਦੇ ਜੰਗ ਜਿੱਤ ਗਏ ਕਿਉਂਕਿ ਉਹਨਾਂ ਕੋਲ ਕਿਰਦਾਰ ਬੜੇ ਉੱਚੇ ਸਨ। ਨਾਲ ਕਿਰਦਾਰ ਵੀ ਸੀ ਨਾ ਹਥਿਆਰ ਦੇ ਨਾਲ। ਤੇ ਜਦੋਂ ਫਿਰ ਗੁਰੂ ਪਿਆਰਿਆਂ ਨੇ ਗੁਰਮਤਾ ਕੀਤਾ ਵੀ ਜਿਹੜੇ ਸਿੱਖੀ ਦੇ ਗਦਾਰ ਨੇ, ਕਿਉਂਕਿ ਸਾਡਾ ਤੇ ਵਾਸਤਾ ਇਹ ਨਹੀਂ ਹੈ ਕਿਸੇ ਦੇ ਧਰਮ ਨੂੰ ਉਜਾੜੀਏ, ਮਨੁੱਖਤਾ ਨੂੰ ਉਜਾੜੀਏ, ਨਹੀਂ। ਸਤਿਗੁਰ ਨੇ ਤੇ ਮਾਰਗ ਇਹ ਦੱਸਿਆ, ਭਾਈ ਮਨੁੱਖਤਾ ਵਾਸਤੇ ਤੁਸੀਂ ਜੂਝਣਾ। ਤੇ ਗੁਰੂ ਕੇ ਪਿਆਰੇ ਜੂਝੇ ਵੀ। ਤੇ ਜਦੋਂ ਵਕਤ ਬਣਿਆ ਫਿਰ ਇਕੱਠੇ ਹੋਏ ਗੁਰੂ ਪਿਆਰੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਸਰਦਾਰ ਦਰਬਾਰਾ ਸਿੰਘ। ਗੁਰਮੁਖ ਪਿਆਰਿਓ, ਸਾਰੇ ਗੁਰਮੁਖ ਜਨਾਂ ਨੇ ਇਹ ਗੁਰਮਤਾ ਕੀਤਾ ਵੀ ਜਿਹੜੇ ਇਹ ਸੂਹੀਏ ਨੇ ਇਹਨਾਂ ਨੂੰ ਸੋਧਿਆ ਜਾਏ। ਤੇ ਹਰ ਭਗਤ ਨਿਰੰਜਨੀਆ ਤੇ ਆਕਲ ਦਾਸ ਇਹ ਜੰਡਿਆਲੇ ਦੇ ਇਲਾਕੇ 'ਚ ਗੁਰੂ ਕੇ ਪਿਆਰਿਆਂ ਨੇ ਘੇਰਾ ਪਾਇਆ। ਤੇ ਇਸ ਨੇ ਵੀ ਆਪਣੀ ਖਬਰ ਛੇਤੀ ਤੋਂ ਛੇਤੀ ਅਬਦਾਲੀ ਤੱਕ ਪਹੁੰਚਾ ਦਿੱਤੀ ਹੈ। ਰੋਹਤਾਸ ਤੱਕ ਅਬਦਾਲੀ ਗਿਆ ਸੀ ਤੇ ਇੱਕਦਮ ਉਸ ਨੇ ਵਾਪਸੀ ਕੀਤੀ। ਸਿੱਖਾਂ ਨੂੰ ਆਸ ਨਹੀਂ ਸੀ ਵੀ ਅਬਦਾਲੀ ਏਡੀ ਛੇਤੀ ਵਾਪਸ ਪਰਤੇਗਾ। ਤੇ ਗੁਰੂ ਕੇ ਪਿਆਰੇ ਜਦੋਂ ਇਕੱਠੇ ਹੋਏ ਸਾਰੇ ਜਾਣੇ, ਪਤਾ ਲੱਗਿਆ ਵੀ ਅਬਦਾਲੀ ਆ ਰਿਹਾ। ਹੁਣ ਕਿਉਂਕਿ ਉਸ ਸਮੇਂ ਜਿਹੜੇ ਗੁਰੂ ਕੇ ਪਿਆਰੇ ਸਨ, ਉਹਨਾਂ ਦੇ ਨਾਲ ਬਜ਼ੁਰਗ ਸਨ, ਬੱਚੇ ਸਨ, ਪਰਿਵਾਰ ਸੀ, ਸਾਰਾ ਇਹ ਵਹੀਰ ਇਕੱਠਾ ਹੋਇਆ ਵੀ ਅਬਦਾਲੀ ਆ ਰਿਹਾ। ਲੜਦੇ ਲੜਦੇ ਉਹਦਾ ਮੁਕਾਬਲਾ ਕਰਦੇ ਕਰਦੇ ਆਪਾਂ ਅੱਗੇ ਵਧਣਾ, ਕੋਈ ਥਾਂ ਵੀ ਐਸਾ ਹੋਏ। ਤੇ ਗੁਰਮੁਖ ਪਿਆਰਿਓ, ਅਬਦਾਲੀ ਆਉਂਦਾ। ਸਰਹੰਦ ਦਾ ਨਵਾਬ ਸੀ ਜੈਨ ਖਾਂ। ਲਾਹੌਰ ਤੋਂ ਗੁਰਮੁਖ ਪਿਆਰਿਓ ਜਹਾਨ ਖਾਂ ਆਇਆ, ਅਬਦਾਲੀ ਆਇਆ, ਹੋਰ ਕਈ ਜਾਣੇ ਆਏ ਨੇ ਆਸੇ ਪਾਸੇ ਦੇ ਨਵਾਬ ਚੌਧਰੀ ਸਨ ਜਿਹੜੇ। ਤੇ ਗੁਰੂ ਕੇ ਪਿਆਰੇ ਲਗਭਗ ਗਿਣਤੀ 50,000 ਦੇ ਕਰੀਬ ਸੀ। ਕਿਉਂਕਿ ਜਦੋਂ ਵੀ ਕੋਈ ਹਮਲਾਵਰ ਆਉਂਦਾ ਸੀ ਨਾ, ਸਿੱਖਾਂ ਨੂੰ ਘਰ-ਬਾਰ ਛੱਡ ਕੇ ਜੰਗਲ ਬੇਲਿਆਂ ਵੱਲ ਜਾਣਾ ਪੈਂਦਾ ਸੀ, ਕਿਉਂਕਿ ਉਹਨਾਂ ਨੂੰ ਖਤਰਾ ਸੀ। ਤੇ ਸਭ ਤੋਂ ਵੱਧ ਉਹ ਘਰ-ਬਾਰ ਸਿੱਖਾਂ ਦੇ ਉਜਾੜਿਆ ਕਰਦੇ ਸਨ, ਸਿਰਾਂ ਦੇ ਮੁੱਲ ਰੱਖਦੇ ਸਨ ਵੀ ਕਿਸੇ ਰੂਪ ਦੇ ਅੰਦਰ ਇਹਨਾਂ ਦੇ ਨਾਲ ਮੁਕਾਬਲਾ ਕੀਤਾ ਜਾਏ, ਕਿਉਂਕਿ ਸਾਡੇ ਰਾਹ ਇਹਨਾਂ ਨੇ ਰੋਕੇ ਨੇ, ਹੋਰ ਕੋਈ ਰੋਕਣ ਵਾਲਾ ਨਹੀਂ। ਤੇ ਗੁਰਮੁਖੋ, 50,000 ਦੇ ਕਰੀਬ ਗੁਰੂ ਕੇ ਸਿੰਘ ਸਿੰਘਣੀਆਂ। ਇੱਕਦਮ ਜਦੋਂ ਪਿੱਛੋਂ ਫੌਜ ਆਈ ਹੈ, ਸਰਹੰਦ ਤੋਂ ਵੀ ਹੈ, ਲਾਹੌਰ ਤੋਂ ਵੀ ਤੁਰੇ ਨੇ, ਗੁਰੂ ਕੇ ਪਿਆਰੇ ਇਹ ਖਾਲਸਾ ਉੱਥੋਂ ਵਹੀਰ ਤੁਰਦਾ ਹੈ। ਤੇ ਗੁਰਮੁਖੋ, ਉਧਰੋਂ ਫੌਜ ਆਉਂਦੀ ਹੈ ਤੇ ਫਰਵਰੀ 1762 ਇਹ ਘੱਲੂ ਘਾਰਾ ਵਾਪਰਦਾ ਹੈ। ਘੱਲੂ ਘਾਰੇ ਦਾ ਅਰਥ ਹੁੰਦਾ ਹੈ ਸਰਵਨਾਸ਼। ਕਿਸੇ ਕੌਮ ਦਾ ਖੁਰਾ ਖੋਜ ਹੀ ਮਿਟਾ ਦਿੱਤਾ ਜਾਏ। ਤੇ ਇਹ ਜਦੋਂ ਗੁਰੂ ਕੇ ਪਿਆਰੇ ਇਹ 50,000 ਦਾ ਵਹੀਰ ਹੈ, ਵਿੱਚ ਬਜ਼ੁਰਗ ਨੇ, ਬੀਬੀਆਂ ਨੇ, ਸਾਰੇ ਤੇ ਲੜਨ ਵਾਲੇ ਨਹੀਂ ਸਨ। ਇਹ ਸਹਿਜੇ ਸਹਿਜੇ ਅੱਗੇ ਤੁਰੇ ਨੇ। ਜਦੋਂ ਪਤਾ ਲੱਗਾ ਫੌਜ ਪਿੱਛੇ ਲੱਗੀ ਹੋਈ ਹੈ, ਤੇ ਗੁਰਮੁਖੋ, 2 ਨਗਰ ਸਨ, ਕੁੱਪ ਤੇ ਰਹੀੜਾ। ਹੁਣ ਮਰੇਲਕੋਟਲੇ ਦਾ ਇਲਾਕਾ, ਗੁਰੂ ਕੇ ਪਿਆਰੇ ਇੱਧਰ ਨੂੰ ਆਏ ਨੇ, ਪਿੱਛੋਂ ਫੌਜ ਆਉਂਦੀ ਹੈ। ਇਹਨਾਂ ਪਿਆਰਿਆਂ ਨੇ ਇੱਕ ਗੋਲ ਧਾਰਾ ਬਣਾਇਆ, ਵਿੱਚ ਪਰਿਵਾਰ, ਵਿੱਚ ਬਜ਼ੁਰਗ, ਵਿੱਚ ਬੀਬੀਆਂ। ਆਪ ਗੁਰੂ ਕੇ ਪਿਆਰੇ ਯੋਧੇ ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਦਰਬਾਰਾ ਸਿੰਘ, ਹੋਰ ਵੀ ਗੁਰੂ ਕੇ ਮਰਜੀਵੜੇ ਸਿੱਖ ਆਸੇ ਪਾਸਿਓਂ ਨਾਲੇ ਲੜਦੇ ਨੇ, ਨਾਲੇ ਪਰਿਵਾਰ ਨੂੰ ਬਚਾਉਂਦੇ ਨੇ, ਨਾਲੇ ਤੁਰਦੇ ਨੇ। ਲਗਾਤਾਰ ਹੋ ਰਿਹਾ।
ਤੇ ਉਸ ਜੰਗ ਦੇ ਅੰਦਰ ਹਮਲਾਵਰ ਜਦੋਂ ਹਮਲਾ ਕਰਕੇ ਆਏ ਤੇ ਉੱਥੇ ਬਹੁਤਾ ਨੁਕਸਾਨ ਗੁਰੂ ਕੇ ਖਾਲਸੇ ਦਾ ਹੋਇਆ, ਕਿਉਂਕਿ ਇੱਕ ਤੇ ਪਤਾ ਨਹੀਂ ਸੀ ਵੀ ਇੱਡੀ ਛੇਤੀ ਇਹਨਾਂ ਹਮਲਾਵਰਾਂ ਨੇ ਆ ਜਾਣਾ, ਦੂਸਰਾ ਨਾਲ ਪਰਿਵਾਰ ਸੀ, ਨਾਲ ਬੱਚੇ ਨੇ, ਨਾਲ ਬਜ਼ੁਰਗ ਸਨ। ਤੇ ਇਹ ਜੇ ਆਪਾਂ ਤਵਾਰੀਖ ਨੂੰ ਵੇਖਦੇ ਹਾਂ 3 ਫਰਵਰੀ 4 ਫਰਵਰੀ 5 ਫਰਵਰੀ 1762 ਗੁਰਮੁਖ ਪਿਆਰਿਓ ਨਿਰੰਤਰ ਲੜਦੇ ਰਹੇ। ਤੇ ਇਤਿਹਾਸ ਦੱਸਦਾ ਹੈ ਉਹਨਾਂ ਨੇ 500 ਸਿੰਘਾਂ ਦੇ ਗੱਡੇ ਭਰ ਲਏ ਸਨ, ਜਿਹੜੇ ਲਾਹੌਰ ਨੂੰ ਰਵਾਨਾ ਕਰ ਦਿੱਤੇ ਗਏ ਸਨ। ਜਿੱਥੇ ਕਤਲੋ ਗਾਰਤ ਹੋਈ ਗੁਰਮੁਖ ਪਿਆਰਿਓ, ਸਿੰਘ ਸ਼ਹੀਦੀਆਂ ਪਾਉਂਦੇ ਨੇ, ਮਰਜੀਵੜੇ ਗੁਰੂ ਕੇ ਪਿਆਰੇ ਤੁਰਦੇ ਹੋਏ ਆਪਣੇ ਆਪ ਨੂੰ ਸਾਂਭਦੇ ਹੋਏ ਅੱਗੇ ਤੁਰਦਿਆਂ ਹੋਇਆਂ ਬਹੁਤ ਸਾਰੀਆਂ ਇਹ ਸ਼ਹਾਦਤਾਂ ਹੁੰਦੀਆਂ ਨੇ। ਸਰਦਾਰ ਚੜ੍ਹਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੁੰਦੇ ਨੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰੀਰ ਤੇ ਅਣਗਿਣਤ ਫੱਟ ਵੱਜੇ ਨੇ। ਇਹਨਾਂ ਦਾ ਅੰਗ ਪਾਲਕ ਸੀ ਇੱਕ, ਜਿਸ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਉੱਥੋਂ ਅੱਗੇ ਘੋੜੇ ਨੂੰ ਅੱਡੀ ਮਾਰੀ ਸੀ। ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ, ਭਲਿਆ ਘੋੜੇ ਨੂੰ ਅੱਡੀ ਮਾਰ ਕੇ ਅੱਗੇ ਨਾ ਤੁਰੀ, ਜੇ ਕੌਮ ਨੇ ਅਗਵਾਈ ਬਖਸ਼ੀ ਹੈ ਸਭ ਤੋਂ ਪਹਿਲਾਂ ਇਸ ਮੁਸੀਬਤ ਦਾ ਸਾਹਮਣਾ ਆਗੂ ਹੀ ਕਰਨਗੇ। ਇਸ ਦੁੱਖ ਅਸੀਂ ਆਪਣੇ ਤਨ ਤੇ ਚੱਲਣੇ ਨੇ। ਤੇ ਕਿੰਨੇ ਫੱਟ ਸਨ, ਕਿੰਨੇ ਗੁਰਮੁਖ ਪਿਆਰਿਓ ਸ਼ਹੀਦ ਹੋਏ, ਉਹ 30,000 ਦੇ ਲਗਭਗ ਇਹ ਗਿਣਤੀ ਬਣਦੀ ਹੈ। 3 ਦਿਨਾਂ ਦੇ ਵਿੱਚ ਗੁਰੂ ਕੇ ਪਿਆਰੇ ਅੱਗੇ ਵਹੀਰ ਲੈ ਕੇ ਤੁਰਦੇ ਨੇ। ਹੁਣ ਜਿੱਥੇ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ, ਹਮਲਾਵਰ ਆਏ ਜਿਹੜੇ ਨੇ, ਇਹਨਾਂ ਨੇ ਕਿਹਾ ਨਾਲ ਦੀ ਨਾਲ ਇਹਨਾਂ ਦੇ ਗੁਰੂ ਧਾਮਾਂ ਨੂੰ ਖਤਮ ਕੀਤਾ ਜਾਏਗਾ। ਜੋ ਗੁਰੂ ਕੇ ਧਾਮ ਸਨ, ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਕੋਈ ਗੱਲ ਨਹੀਂ ਗੁਰਮੁਖ ਪਿਆਰਿਓ। ਵੇਖੋ ਜਿਹੜਾ ਇਤਿਹਾਸ ਹੈ ਨਾ, ਆਪਾਂ ਜਦੋਂ ਵੇਖਦੇ ਹਾਂ ਉਹਨਾਂ ਲੋਕਾਂ ਨੇ ਬੜੀਆਂ ਸੱਟਾਂ ਮਾਰੀਆਂ ਨੇ ਸਾਡੇ ਧਾਰਮਿਕ ਢਾਂਚਿਆਂ ਤੇ, ਧਾਰਮਿਕ ਵਿਚਾਰਧਾਰਾ ਤੇ। ਪਰ ਹਕੀਕਤ ਹੈ ਬਾਹਰੀ ਤੌਰ ਤੇ ਕੋਈ ਇਮਾਰਤ ਟੁੱਟ ਗਈ, ਗੁਰੂ ਕੇ ਪਿਆਰਿਆਂ ਨੇ ਫੇਰ ਬਣਾ ਲਈ ਹੈ। ਸਿੱਖ ਦੇ ਅੰਦਰ ਤੋਂ ਗੁਰੂ ਦਾ ਵਿਸ਼ਵਾਸ, ਗੁਰੂ ਦੀ ਸ਼ਰਧਾ ਨਹੀਂ ਟੁੱਟਣੀ ਚਾਹੀਦੀ। ਕੋਈ ਗੱਲ ਨਹੀਂ, ਬਾਹਰ ਤੋਂ ਸਾਕੇ ਵਾਪਰੇ ਨੇ ਤੇ ਇਤਿਹਾਸ ਦੱਸਦਾ ਇਤਫਾਕ ਇਨ ਮੈਂ ਬਹੁਤ ਮਹਾਨ, ਸਿੱਖ ਸਿੱਖ ਪਰਵਾਰੇ ਜਾਨ। ਇਹ ਸਾਕੇ ਇਹ ਘੱਲੂ ਘਾਰੇ ਦੱਸਦੇ ਨੇ ਗੁਰੂ ਨਾਨਕ ਦੇ ਵਿਹੜੇ 'ਚ ਇਤਫਾਕ ਕਿੰਨਾ ਜ਼ਿਆਦਾ ਸੀ। ਸਿੱਖ ਸਿੱਖ ਤੇ ਜਾਨ ਵਾਰਦਾ। ਇਤਿਹਾਸ ਦੇ ਬੋਲ ਆਉਂਦੇ ਨੇ, ਦਾਰੂ ਸਿੱਕਾ ਨਾ ਸਿੰਘਨ ਪਾਸ, ਬਸਤਰ ਸ਼ਸਤਰ ਕੀ ਨਹੀਂ ਆਸ। ਘੋੜਿਆਂ ਤੇ ਰਹਿੰਦੇ ਸਨ ਪਰ ਪਿਆਰ ਸੀ ਗੁਰੂ ਨਾਲ। ਇਤਿਹਾਸ ਦੱਸਦਾ ਘੋੜਿਆਂ ਦੇ ਉੱਤੇ ਕਾਠੀ ਪਾਈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਾਲ ਰੱਖਦੇ ਸਨ ਗੁਰੂ ਪਿਆਰੇ। ਬਾਣੀ ਦਾ, ਗੁਰੂ ਦਾ ਆਸਰਾ ਸਿੱਖ ਨੇ ਕਦੇ ਛੱਡਿਆ ਨਹੀਂ। ਠੀਕ ਹੈ, ਬਸਤਰ ਸ਼ਸਤਰ ਕੀ ਨਹੀਂ ਆਸ, ਰੋਗੀ ਅਵਖਦ ਬਿਨ ਮਰ ਜਾਹੇ, 4 ਪਹਿਰ ਮੈਂ ਏਕ ਬਾਰ ਹੀ ਖਾਏ। ਐਸਾ ਵਕਤ ਆਇਆ ਗੁਰਮੁਖ ਪਿਆਰਿਓ, 4 ਪਹਿਰਾਂ ਵਿੱਚ ਇੱਕ ਵਾਰ ਖਾਣ ਨੂੰ ਮਿਲਦਾ ਹੈ। ਯਹੀ ਭਰੋਸੋ ਸਿੰਘਣ ਪਾਸ, ਸਿੰਘਾਂ ਕੋਲ ਭਰੋਸਾ ਸੀ ਵੀ ਸਾਡੇ ਨਾਲ ਸਾਡਾ ਸਤਿਗੁਰ ਹੈ, ਸਾਡੇ ਗੁਰੂ ਦੀ ਬਾਣੀ ਹੈ, ਸਾਡੇ ਸਤਿਗੁਰ ਦਾ ਸਰੂਪ ਸਾਡੇ ਨਾਲ ਹੈ। ਤੇ ਗੁਰਮੁਖ ਪਿਆਰਿਓ, ਉਹ ਗੁਰੂ ਕੇ ਪਿਆਰਿਆਂ ਦੇ ਅੰਦਰ ਉਹ ਜਜ਼ਬਾ, ਉਹ ਵਿਸ਼ਵਾਸ, ਉਹ ਚੜ੍ਹਦੀ ਕਲਾ ਰਹੀ ਹੈ। ਤੇ ਸੱਚ ਜਾਣਿਓ, ਭੱਜਣਾ ਬੜੇ ਜਾਣਦੇ ਨੇ, ਸਿੱਖ ਗੱਜਣਾ ਜਾਣਦਾ। ਬੜਿਆਂ ਨੇ ਉਪਦੇਸ਼ ਦਿੱਤਾ ਵੀ ਭੱਜ ਜਾਓ, ਮੁਸੀਬਤ ਆਈ ਹੈ ਪਾਸੇ ਹੋ ਜਾਓ। ਹਿੰਦੁਸਤਾਨ ਦੀ ਧਰਤੀ ਤੇ ਮੰਦਰ ਵੀ ਬਣੇ ਨੇ, ਰਣ ਛੋੜ ਮੰਦਰ, ਕੋਈ ਗੱਲ ਨਹੀਂ। ਪਰ ਸਤਿਗੁਰ ਨੇ ਸਾਨੂੰ ਗੱਜਣਾ ਸਿਖਾਇਆ ਹੈ, ਭੱਜਣਾ ਨਹੀਂ ਸਿਖਾਇਆ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਮਾਨਵਤਾ ਵਾਸਤੇ ਵੇਖੋ ਉਹ ਜੰਗ ਹੋਏ ਨੇ, ਠੀਕ ਹੈ, ਉੱਥੇ ਧਨ ਦੀ ਗੱਲ ਆਉਂਦੀ ਹੈ, ਉੱਥੇ ਗੁਰਮੁਖੋ ਇਸਤਰੀ ਦੀ ਗੱਲ ਆਉਂਦੀ ਹੈ, ਗੁਰਮੁਖੋ ਉੱਥੇ ਜ਼ਮੀਨ ਇਲਾਕਾ ਮੱਲਣ ਦੀ ਗੱਲ ਆਉਂਦੀ ਹੈ। ਪਰ ਜਦੋਂ ਆਪਾਂ ਇਹ ਘੱਲੂ ਘਾਰੇ ਪੜ੍ਹਦੇ ਹਾਂ, ਇਹਨਾਂ ਜੰਗਾਂ ਦਾ ਇਤਿਹਾਸ ਵੇਖਦੇ ਹਾਂ,
ਉੱਥੇ ਇਹ ਮਨੋਰਥ ਨਹੀਂ ਰਿਹਾ। ਮਨੋਰਥ ਰਿਹਾ ਹੈ ਧਰਮ ਦਾ, ਮਨੁੱਖਤਾ ਦਾ। ਦੀਨ ਦੇ ਵਾਸਤੇ ਗੁਰੂ ਪਿਆਰਿਆਂ ਨੇ ਗਰੀਬ ਵਾਸਤੇ, ਧਰਮ ਵਾਸਤੇ ਆਪਣੇ ਆਪੇ ਨੂੰ ਵਾਰਿਆ। ਇੱਥੋਂ ਦੇ ਲੋਕਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਸ਼ਸਤਰ ਪਕੜੇ ਨੇ। ਗੁਰਮੁਖੋ, ਇਹ ਲਹੂ ਭਿੱਜੇ ਇਤਿਹਾਸ ਦੇ ਵਰਕੇ ਦੱਸਦੇ ਨੇ। ਆ 50 ਗੱਡੇ ਲਾਹੌਰ ਨੂੰ ਤੁਰ ਪਏ ਸਨ ਤੇ ਆਲਾ ਸਿੰਘ ਪਟਿਆਲੇ ਵਾਲਾ ਚਲੋ ਮੁਸੀਬਤ ਵੇਲੇ ਸਾਥ ਵੀ ਦਿੱਤਾ। ਸਰਕਾਰਾਂ ਨਾਲ ਉਹਨਾਂ ਦੀ ਸਹਿਮਤੀ ਵੀ ਹੁੰਦੀ ਸੀ। ਜੇ ਤੁਸੀਂ ਇਤਿਹਾਸ ਪੜ੍ਹੋਗੇ ਨਾ, 2 ਪ੍ਰਕਾਰ ਦੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ, ਇੱਕ ਮਿਲਵਰਤਨੀਏ, ਇੱਕ ਨਾ ਮਿਲਵਰਤਨੀਏ। ਮਿਲਵਰਤਨੀਏ ਉਹ ਸਿੱਖ ਪਰਿਵਾਰ ਹੁੰਦੇ ਸਨ ਜਿਹੜੇ ਸਰਕਾਰਾਂ ਦੀ ਨੌਕਰੀ ਵੀ ਕਰਦੇ ਨੇ, ਟੈਕਸ ਵੀ ਭਰਦੇ ਨੇ, ਪਰ ਪੰਥ ਦੇ ਨਾਲ ਵਫਾਦਾਰੀ ਵੀ ਰੱਖਦੇ ਨੇ। ਮਿਲਵਰਤਨੀਏ ਸਿੱਖ, ਜਿਵੇਂ ਭਾਈ ਸੁਬੇਗ ਸਿੰਘ ਤੇ ਭਾਈ ਸਾਹਿਬਾਜ ਸਿੰਘ ਦਾ ਜ਼ਿਕਰ ਆਉਂਦਾ ਹੈ, ਜਿਵੇਂ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ। ਘਰ-ਬਾਰੀ ਨੇ, ਸਰਕਾਰ ਦਾ ਮਾਮਲਾ ਵੀ ਭਰਦੇ ਨੇ, ਪਰ ਪੰਥ ਨੂੰ ਲੋੜ ਪੈਂਦੀ ਹੈ ਉੱਥੇ ਵੀ ਆਪਣਾ ਯੋਗਦਾਨ ਦਿੰਦੇ ਨੇ। ਤੋ ਇਹ ਮਿਲਵਰਤਨੀਏ ਸਨ। ਸਰਕਾਰ ਨੇ ਹੁਕਮ ਕੀਤਾ ਸੀ ਆਲਾ ਸਿੰਘ ਨੂੰ, ਅਬਦਾਲੀ ਨੇ, ਜੈਨ ਖਾਨ ਨੇ, ਵੀ ਸਾਨੂੰ ਪਤਾ ਲੱਗਾ ਤੁਸੀਂ ਸਿੱਖਾਂ ਦੀ ਮਦਦ ਕੀਤੀ ਹੈ, ਤੁਹਾਨੂੰ ਸਾਡੇ ਕੋਲ ਪੇਸ਼ ਹੋਣਾ ਪੈਣਾ ਹੈ। ਤੇ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਸੀਂ ਤੁਹਾਨੂੰ ਸਾਡਾ ਦੀਨ ਕਬੂਲ ਕਰਨਾ ਪਏਗਾ, ਨਹੀਂ ਤੇ 50,000 ਜੁਰਮਾਨਾ ਹੋਏਗਾ। ਤੇ ਆਲਾ ਸਿੰਘ ਨੇ ਕਿਹਾ ਸੀ ਜੁਰਮਾਨਾ ਮੈਂ ਲੱਖ ਭਰਨ ਨੂੰ ਤਿਆਰ ਹਾਂ, ਪਰ ਤੁਹਾਡੀ ਈਣ ਨਹੀਂ। ਜਿਹੜੀ ਗੁਰੂ ਵੱਲੋਂ ਦਾਤ ਹੈ, ਗੁਰੂ ਪੰਥ ਦੀ ਸੇਵਾ ਹੈ, ਇਹ ਮੇਰੇ ਕੋਲੋਂ ਗੁਰੂ ਪੰਥ ਲੈਂਦਾ ਹੈ ਤੇ ਲੈਂਦਾ ਰਹੇਗਾ। ਉੱਥੇ ਉਹਨਾਂ ਗੁਰੂ ਪਿਆਰਿਆਂ ਨੇ ਵੀ ਸਹਿਯੋਗ ਦਿੱਤਾ। ਤੇ ਗੁਰਮੁਖ ਜਨੋ, ਅੱਧੀ ਕੌਮ, ਅੱਧੀ ਤੋਂ ਵੀ ਵੱਧ ਕੌਮ, ਬਹੁਤੀ ਗਿਣਤੀ ਨਹੀਂ ਸੀ, ਸਿੱਖ ਜਿਨ੍ਹਾਂ ਹਾਲਾਤਾਂ ਚੋਂ ਨਿਕਲੇ ਨੇ। ਤੇ ਗੁਰਮੁਖੋ, ਇਹ ਜਿਹੜਾ ਸੰਕਟਕਾਲੀ ਇਤਿਹਾਸ ਹੈ ਇਹਨਾਂ ਦਿਨਾਂ ਦਾ, ਤੇ ਇਤਿਹਾਸਕਾਰਾਂ ਨੇ ਕਿਹਾ ਵੀ ਵੇਖੋ ਦੁਨੀਆ ਦਾ ਇਤਿਹਾਸ ਸਿਆਹੀ ਨਾਲ ਤੇ ਕਲਮ ਨਾਲ ਲਿਖਿਆ ਜਾਂਦਾ ਹੋਵੇਗਾ, ਪਰ ਜਦੋਂ ਇਹ ਘੱਲੂ ਘਾਰੇ ਆਪਾਂ ਵੇਖਦੇ ਹਾਂ, ਸਾਕੇ ਵੇਖਦੇ ਹਾਂ, ਪ੍ਰਤੀਤ ਹੁੰਦਾ ਸਿਆਹੀ ਦੇ ਥਾਂ ਤੇ ਸਿੰਘਾਂ ਸਿੰਘਣੀਆਂ ਨੇ ਖੂਨ ਵਰਤਿਆ ਤੇ ਕਲਮ ਦੇ ਥਾਂ ਤੇ ਤਲਵਾਰ ਦੀ ਨੋਕ ਵਰਤੀ ਹੈ। ਤੇ ਕੈਸਾ ਕੁਝ ਵਾਪਰਿਆ, ਪਰ ਸਿੱਖਾਂ ਦੇ ਮੁਖ ਤੇ ਸਿੱਖਾਂ ਦੀ ਜ਼ੁਬਾਨ ਵਿੱਚ ਇਹ ਸਦਾ ਰਹਿੰਦਾ ਸੀ, ਸਤਿਗੁਰੂ ਆਹ ਦਿਨ ਬੀਤ ਗਿਆ, ਆਹ ਰਾਤ ਬੀਤ ਗਈ ਹੈ, ਸਤਿਗੁਰ ਤੇਰੇ ਭਾਣੇ 'ਚ ਲੰਘ ਗਈ ਹੈ, ਕਿਰਪਾ ਕਰੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਜਿਹੜਾ ਗੁਰਮੁਖੋ ਸਿੰਘ ਸਿੰਘਣੀਆਂ ਦਾ ਆਪਾਂ ਇਤਿਹਾਸ ਵੇਖਦੇ ਹਾਂ। ਹੁਣ ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਵੈਸੇ 2 ਗੱਲਾਂ ਨਹੀਂ ਹੈ ਸਾਡੀ 'ਚ, ਸਮਾਂ ਤੇ ਸਥਾਨ। ਉਹ ਸਿੰਘ ਸਿੰਘਣੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਧਿਆਨ ਵਾਹਿਗੁਰੂ ਦਾ ਧਰਨਾ ਹੈ, ਉਹਨਾਂ ਸਿੰਘ ਸਿੰਘਣੀਆਂ ਨੂੰ ਸਾਹਮਣੇ ਰੱਖ ਕੇ ਜਿਨ੍ਹਾਂ ਨੇ ਵਾਕਿਆ ਧਰਮ ਨੂੰ ਜਿਉਣਾ ਕੀਤਾ ਹੈ, ਜਿਨ੍ਹਾਂ ਨੇ ਵਾਕਿਆ ਬਾਣੀ ਦਾ ਪੱਲਾ ਪਕੜਿਆ। ਜਿਵੇਂ ਸਰਸਾ ਨਦੀ ਦੇ ਕੰਢੇ ਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਸਾ ਕੀ ਵਾਰ ਬਾਣੀ ਪੜ੍ਹੀ ਹੈ। ਵੱਡਾ ਘੱਲੂ ਘਾਰਾ ਵੀ ਦੱਸਦਾ ਹੈ ਕਿੰਨੇ ਬਜ਼ੁਰਗ, ਕਿੰਨੀਆਂ ਬੀਬੀਆਂ ਉਹ ਗੁਰੂ ਕੇ ਮਰਜੀਵੜੇ ਸਿੱਖ ਲੜਦੇ ਨੇ, ਜੂਝਦੇ ਨੇ, ਆਪਣੇ ਆਪ ਨੂੰ ਬਚਾਉਂਦੇ ਨੇ, ਪਰ ਉਹਨਾਂ ਦੀ ਰਸਨਾ ਤੇ ਗੁਰੂ ਦੀ ਬਾਣੀ ਹੈ, ਉਹਨਾਂ ਦੀ ਰਸਨਾ ਤੇ ਭਾਣਾ ਹੈ। ਗੁਰਮੁਖ ਪਿਆਰਿਓ, ਉਸੇ ਰਜਾ ਵਿੱਚ ਰਾਜੀ ਰਹਿੰਦੇ ਹੋਏ ਸ਼ਹਾਦਤਾਂ ਦੇ ਜਾਮ ਗੁਰੂ ਪਿਆਰਿਆਂ ਨੇ ਪੀਤੇ ਨੇ। ਅੱਧੀ ਤੋਂ ਵੱਧ ਕੌਮ ਇਹਨਾਂ 3 ਦਿਨਾਂ ਦੇ ਵਿੱਚ ਮੁੱਕ ਜਾਂਦੀ ਹੈ। ਪਰ ਤੁਸੀਂ ਇਤਿਹਾਸ ਪੜ੍ਹਿਓ, ਇਹ ਫਰਵਰੀ ਦਾ ਸਾਕਾ ਵਾਪਰਦਾ ਹੈ ਤੇ ਮਾਰਚ ਤੱਕ ਉਹ ਗੱਡੇ ਜਿਹੜੇ ਸਨ ਉਹ ਲਾਹੌਰ ਭੇਜੇ ਗਏ। ਜਿਹੜੇ ਗੁਰੂ ਕੇ ਪਿਆਰੇ ਕੁਝ ਜਿੰਦੇ ਪਕੜ ਲਏ, ਕੁਝ ਸ਼ਹੀਦਾਂ ਦੇ ਸਿਰ ਲਾ ਦਿੱਤੇ ਗਏ। ਲਾਹੌਰ ਦੀ ਧਰਤੀ ਤੇ ਹਾਕਮ ਲੋਕ ਨਾ ਜਿਹੜੇ ਉਹ ਸਮਾਜ ਵਿੱਚ ਖੌਫ ਪੈਦਾ ਕਰਿਆ ਕਰਦੇ ਨੇ। ਕਿਉਂ? ਹੰਕਾਰੀ ਹਾਕਮ ਚਾਹੁੰਦੇ ਨੇ ਲੋਕ ਸਾਡੀ ਈਨ ਮੰਨਦੇ ਰਹਿਣ, ਲੋਕ ਸਾਡੇ ਖਿਲਾਫ ਬੋਲ ਨਾ ਸਕਦੇ ਹੋਣ। ਇਹ ਹਮੇਸ਼ਾ ਹਾਕਮ ਚਾਹੁੰਦੇ ਨੇ, ਅੱਜ ਵੀ ਚਾਹੁੰਦੇ ਨੇ ਗੁਰਮੁਖ ਪਿਆਰਿਓ। ਪਰ ਸਤਿਗੁਰਾਂ ਨੇ ਜਿਹੜਾ ਸਾਨੂੰ ਸਿਰ ਦਿੱਤਾ ਹੈ, ਜਿਹੜਾ ਧਰਮ ਪੜ੍ਹਾਇਆ ਹੈ ਗੁਰਮੁਖ ਪਿਆਰਿਓ, ਮੇਰੇ ਸਾਹਿਬ ਨੇ ਕਿਹਾ ਸੀ ਨਹੀਂ, ਈਨ ਕਿਸੇ ਬੰਦੇ ਦੀ ਨਹੀਂ, ਮਾਲਕ ਵਾਹਿਗੁਰੂ ਦੀ ਹੈ।
ਦਾਤਾਂ ਉਸ ਵਾਹਿਗੁਰੂ ਦੀਆਂ ਨੇ। ਆ ਕੈਪਟਨ ਮਰੇ ਨੇ, ਰਤਨ ਸਿੰਘ ਭੰਗੂ ਲਿਖਦਾ ਆ ਲੁਧਿਆਣੇ ਈਸਟ ਇੰਡੀਆ ਕੰਪਨੀ। ਉਹ ਕਿਉਂਕਿ ਖਾਲਸਾ ਰਾਜ ਰਿਹਾ ਹਿੰਦੁਸਤਾਨ ਦੀ ਧਰਤੀ ਤੇ ਸਭ ਤੋਂ ਬਾਅਦ ਵਿੱਚ ਉਹ ਵੀ ਕੁਝ ਗਦਾਰ ਰਹੇ, ਕੁਝ ਡੋਗਰਿਆਂ ਦਾ ਜ਼ਿਕਰ ਆਉਂਦਾ ਹੈ। ਬਾਅਦ ਵਿੱਚ ਖਾਲਸਾ ਰਾਜ ਉਹਨਾਂ ਨੇ ਧੋਖੇ 'ਚ ਆਪਣੇ ਵਿੱਚ ਸ਼ਾਮਲ ਕੀਤਾ ਹੈ। ਮਰਾਠੇ ਵੀ ਕਾਬੂ ਕਰ ਲਏ, ਸਾਰਾ ਦੇਸ਼ ਵੀ ਕਾਬੂ ਕਰ ਲਿਆ। ਤੁਸੀਂ ਵੇਖੋ ਆ ਖਾਲਸਾ ਰਾਜ ਕਾਇਮ ਰਿਹਾ। ਤੇ ਪੁੱਛਿਆ ਸੀ ਕੈਪਟਨ ਮਰੇ ਨੇ ਗੁਰੂ ਕੇ ਖਾਲਸਾ ਨੂੰ ਵੀ ਸਾਨੂੰ ਤੇ ਰਾਜ ਮਿਲਿਆ, ਅਸੀਂ ਖੋਇਆ ਹੈ ਬਹਾਦਰ ਸ਼ਾਹ ਕੋਲੋਂ, ਫਰਖਸ਼ੀਅਰ ਕੋਲੋਂ, ਤੁਸੀਂ ਕਿਹਦੇ ਕੋਲੋਂ ਖੋਇਆ? ਉਹ ਗੁਰੂ ਕੇ ਪਿਆਰੇ ਨੇ ਕਿਹਾ ਸੀ ਸਾਨੂੰ ਰਾਜ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦਸਮ ਪਿਤਾ ਨੇ ਬਖਸ਼ੇ ਹੈ। ਇਹ ਰਾਜ ਸਤਿਗੁਰ ਨੇ ਬੋਲ ਆਖੇ ਨੇ, ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਖਾਲਸੇ ਨੂੰ ਤਖਤ ਮੇਰੇ ਗੁਰੂ ਨੇ ਮਾਣ ਵਡਿਆਈ ਬਖਸ਼ੀ ਹੈ। ਤੇ ਖਾਲਸਾ ਨੂੰ ਮਾਣਦਾ ਜ਼ਰੂਰ ਰਹੇਗਾ, ਪਰਵਾਹ ਨਹੀਂ ਹੈ, ਅਧੀਨਗੀ ਨਹੀਂ ਹੈ, ਭੁੱਖ ਨਹੀਂ ਹੈ ਕਿਸੇ ਰਾਜ ਦੀ। ਪਰ ਇਹ ਵੀ ਹਕੀਕਤ ਹੈ ਗੁਰਮੁਖ ਪਿਆਰਿਓ, ਜਿਹੜੀਆਂ ਕੌਮਾਂ ਦੇ ਰਾਜ ਹੁੰਦੇ ਨੇ ਉਹਨਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਦਾ ਰਾਜਾ ਹੋਏ, ਜਿਨ੍ਹਾਂ ਕੌਮਾਂ ਕੋਲ ਆਪਣੇ ਦੇਸ਼ ਨੇ ਨਾ, ਉਹ ਕੌਮਾਂ ਸਦਾ ਰਹਿਣਗੀਆਂ, ਉਹਦੀ ਬੋਲੀ ਨੂੰ ਕੋਈ ਨਹੀਂ ਮੁਕਾ ਸਕਦਾ। ਅੱਜ ਆਪਾਂ ਜੂਝਦੇ ਹਾਂ ਨਾ, ਆਪਾਂ ਕਹਿੰਦੇ ਸਾਡੀ ਬੋਲੀ। ਤੇ ਗੁਰਮੁਖ ਪਿਆਰਿਓ, ਰਾਜ ਵੀ ਇੱਕ ਬੜੀ ਵੱਡੀ ਸੱਤਾ ਹੈ, ਸ਼ਕਤੀ ਹੈ। ਗੁਰਮੁਖ ਪਿਆਰਿਆਂ ਨੇ ਮੱਲੇ ਨੇ ਤਖਤ, ਪਰ ਭੁੱਖ ਨਹੀਂ ਰੱਖੀ। ਆ ਦਿੱਲੀ ਦਾ ਤਖਤ ਮੱਲਿਆ ਸੀ ਗੁਰੂ ਪਿਆਰਿਆਂ ਨੇ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਮਿਸਲਾ ਨੇ ਕਬਜ਼ਾ ਕੀਤਾ। ਪਰ ਕਿਹਾ ਆ ਤਖਤ ਤੇ ਮਿਲਦੇ ਰਹਿਣਗੇ, ਕੋਈ ਗੱਲ ਨਹੀਂ, ਚਲੋ ਗੁਰੂ ਦਰ ਦੀ ਸੇਵਾ ਕਰਦੇ ਹਾਂ। ਆ ਦਿੱਲੀ ਦੀ ਧਰਤੀ ਤੇ ਜਿਹੜੇ ਗੁਰੂ ਧਾਮ ਬਣਾਏ ਨੇ ਗੁਰਮੁਖ ਪਿਆਰਿਓ, ਉਹ ਸੇਵਾ ਕੀਤੀ, ਸੇਵਾ ਨੂੰ ਪ੍ਰਮੁਖਤਾ ਦਿੱਤੀ ਹੈ। ਤੇ ਉਹ ਜਿਹੜਾ ਤਖਤ, ਜਿਹੜੀ ਸਿੱਲ ਸੀ ਜਿੱਥੇ ਦਿੱਲੀ ਦੇ ਬਾਦਸ਼ਾਹ ਬਹਿ ਕੇ ਹਕੂਮਤ ਕਰਿਆ ਕਰਦੇ ਸਨ, ਲੋਕਾਂ ਤੇ ਫਰਮਾਨ ਜਾਰੀ ਕਰਿਆ ਕਰਦੇ ਸਨ। ਤੁਸੀਂ ਕਦੇ ਦਰਸ਼ਨ ਕਰਿਓ ਸ੍ਰੀ ਦਰਬਾਰ ਸਾਹਿਬ, ਆ ਸਰੋਵਰ ਦੀ ਪਰਿਕਰਮਾ ਕਰਦੇ ਹੋ ਨਾ, ਨਾਲ ਹੀ ਉਹ ਅਸਥਾਨ ਹੈ। ਜਦੋਂ ਲੰਗਰ ਹਾਲ ਤੋਂ ਆਪਾਂ ਜਾਂਦੇ ਹਾਂ ਨਾ ਗੁਰੂ ਰਾਮਦਾਸ ਸਾਹਿਬ, ਤੇ ਅੱਜ ਵੀ ਤੁਸੀਂ ਵੇਖੋ ਖੂਹ ਹੈ, ਉਹ ਥੱਲੇ ਬੇਸਮੈਂਟ ਬਣੀ ਹੈ। ਉਹ ਮੋਰਚਾ ਹੁੰਦਾ ਸੀ ਉੱਥੇ ਗੁਰੂ ਕੇ ਖਾਲਸੇ ਦਾ, ਤੇ ਅੱਜ ਵੀ ਉੱਥੇ ਉਹ ਦਿੱਲੀ ਦੇ ਬਾਦਸ਼ਾਹ ਦੀ ਤਖਤ ਦੀ ਸਿੱਲ ਪਈ ਹੋਈ ਹੈ, ਜਿਹਨੂੰ ਸਿੱਖਾਂ ਨੇ ਉਹ ਹਾਥੀਆਂ ਦੇ ਪਿੱਛੇ ਬੰਨ੍ਹ ਕੇ ਲਿਆਂਦਾ ਸੀ ਤੇ ਆਖਿਆ ਸੀ ਵੀ ਵੇਖੋ ਆਹ ਤਖਤ ਮੇਰੇ ਸਤਿਗੁਰਾਂ ਦੇ ਤਖਤ ਦੇ ਅਧੀਨ ਰਹੇਗਾ। ਗੁਰੂ ਤੋਂ ਵੱਡਾ ਨਹੀਂ, ਗੁਰੂ ਦੀ ਪਦਵੀ ਤੋਂ ਕੋਈ ਵੱਡੀ ਦਾਤ ਨਹੀਂ। ਤੇ ਗੁਰਮੁਖ ਪਿਆਰਿਓ, ਗੁਰੂ ਪਿਆਰਿਆਂ ਨੇ ਇਤਨੀਆਂ ਮਹਾਨ ਸ਼ਹਾਦਤਾਂ ਦਿੱਤੀਆਂ, ਦੁੱਖ ਝੱਲੇ। ਲਾਹੌਰ ਦੀ ਧਰਤੀ ਗਵਾਹੀ ਭਰਦੀ ਹੈ, ਦਿੱਲੀ ਦੀ ਧਰਤੀ ਗਵਾਹੀ ਭਰਦੀ ਹੈ, ਸਰਹੰਦ ਦੀ ਧਰਤੀ ਗਵਾਹੀ ਭਰਦੀ ਹੈ, ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਗਵਾਹੀ ਭਰਦਾ ਹੈ। ਇਸ ਧਰਤੀ ਤੇ ਪਤਾ ਨਹੀਂ ਕਿੰਨੇ ਪਿਆਰਿਆਂ ਦਾ ਖੂਨ ਡਿੱਲਾ ਹੋਇਆ ਹੈ। ਪਰ ਫਿਰ ਉਹ ਸਬਰ, ਉਹ ਸਿਦਕ, ਉਹ ਵਿਸ਼ਵਾਸ। ਆ ਲਾਹੌਰ ਅਸਥਾਨ ਹੈ ਗੁਰਮੁਖ ਪਿਆਰਿਓ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ, ਬੜੇ ਸਥਾਨ ਨੇ। ਆ ਕੋਪਰ ਹੀੜੇ ਦੀ ਧਰਤੀ ਤੇ ਆ ਗੁਰੂ ਕੇ ਪਿਆਰੇ ਉਹਨਾਂ 30,000 ਸਿੰਘ ਸਿੰਘਣੀਆਂ ਦੀ ਯਾਦ ਵਿੱਚ ਅਸਥਾਨ ਹੈ, ਜਿੱਥੇ ਉਹ ਗੱਲ ਦੀ ਗਵਾਹੀ ਭਰੀ ਜਾਂਦੀ ਹੈ। ਗੁਰੂ ਕੇ ਪਿਆਰੇ ਅਰਦਾਸ ਕਰਦੇ ਸਨ, ਵਾਹਿਗੁਰੂ ਆ ਜੋ ਖੋਟ ਹੈ ਝੜ ਗਿਆ। ਅੱਜ ਜਦੋਂ ਅਰਦਾਸ ਕੀਤੀ ਸੀ, ਸਿੰਘ ਸਿੰਘਣੀਆਂ ਸ਼ਹੀਦ ਹੋਏ, ਫੱਟੜ ਨੇ ਗੁਰੂ ਕੇ ਪਿਆਰੇ, ਤੇ ਅਰਦਾਸ ਕੀਤੀ ਸੀ ਸਤਿਗੁਰੂ ਖਾਲਸਾ ਰਹਿ ਗਏ, ਤੂੰ ਦਾਤ ਬਖਸ਼ੀ ਤਤ ਬਚ ਗਿਆ। ਤੇ ਗੁਰਮੁਖੋ ਫਰਵਰੀ, ਮਾਰਚ ਤੇ ਮਈ ਦਾ ਇਤਿਹਾਸ ਪੜ੍ਹ ਲਿਓ। 1762 ਮਈ ਨੂੰ ਗੁਰੂ ਪਿਆਰਿਆਂ ਨੇ ਸਰਹੰਦ ਦੀ ਧਰਤੀ ਤੇ ਫਿਰ ਕਬਜ਼ਾ ਕੀਤਾ ਹੈ। 1762 ਨੂੰ ਗੁਰੂ ਪਿਆਰਿਆਂ ਨੇ ਲਾਹੌਰ ਦੀ ਧਰਤੀ ਤੇ ਤਖਤ ਤੇ ਫਿਰ ਕਬਜ਼ਾ ਕਰ ਲਿਆ। ਕੈਸਾ ਜੀਵਨ ਹੈ, ਕੈਸਾ ਸਿਰੜ ਹੈ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ। 3 ਮਹੀਨੇ 4 ਮਹੀਨੇ ਤੋਂ ਬਾਅਦ ਦਾ ਸਮਾਂ ਆਉਂਦਾ ਹੈ, ਜਿਹੜੇ ਕਹਿੰਦੇ ਸੀ ਡੋਲ ਜਾਣਗੇ, ਖਿੱਲਰ ਜਾਣਗੇ, ਇਹਨਾਂ ਨੇ ਟੁੱਟ ਜਾਣਾ ਹੈ। ਨਹੀਂ ਗੁਰਮੁਖ ਪਿਆਰਿਓ, ਜਿਸ ਕੌਮ ਦਾ ਵਾਰਸ ਮੇਰਾ ਗੁਰੂ ਹੈ ਨਾ,
ਜਿਸ ਕੌਮ ਦਾ ਸਿੰਘ ਸਾਹਿਬ ਮੇਰਾ ਗੁਰੂ ਕਲਗੀਧਰ ਪਿਤਾ ਸਿੰਘ ਸਾਹਿਬ ਨੇ, ਉਹ ਕੌਮ ਕਦੇ ਵੀ ਮੁੱਕ ਨਹੀਂ ਸਕਦੀ। ਉਸ ਨੂੰ ਕਦੇ ਵੀ ਮੁਕਾਇਆ ਨਹੀਂ ਜਾ ਸਕਦਾ। ਇਤਿਹਾਸ ਦੱਸਦਾ ਹੈ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹਨਾਂ ਗੁਰੂ ਪਿਆਰਿਆਂ ਨੇ ਕਹਿਤਾ ਸੀ। ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ, ਆ ਮੱਸਾ ਰੰਗੜ ਕਹਿੰਦਾ ਸੀ ਕੌਣ ਹੋਏਗਾ ਇੱਥੇ, ਆ ਗੁਰੂ ਪਿਆਰਿਆਂ ਨੇ ਦੱਸ ਦਿੱਤਾ ਸੀ ਭਾਈ ਇਹ ਦਾਤ, ਇਹ ਪਾਤਸ਼ਾਹੀ ਦਾ ਰੁਤਬਾ ਸਤਿਗੁਰ ਨੇ ਸਾਨੂੰ ਬਖਸ਼ਿਆ, ਤੇ ਸਿੱਖ ਦੇ ਅੰਦਰ ਤੋਂ ਇਹ ਖੁਆਇਸ਼ ਕਦੇ ਮੁੱਕ ਨਹੀਂ ਸਕਦੀ, ਕਦੇ ਵੀ। ਜਿੱਥੇ ਹਲੇਮੀ ਰਾਜ ਦੀ ਗੱਲ ਕੀਤੀ ਹੈ, ਉਸ ਬਾਦਸ਼ਾਹਤ ਦੀ ਗੱਲ ਕੀਤੀ ਹੈ। ਸੱਚ ਜਾਣਿਓ ਗੁਰਮੁਖ ਜਣੋ, ਸਿੱਖ ਖਾਲਸੇ ਦੇ ਅੰਦਰੋਂ ਇਹ ਲਾਲਸਾ ਕਦੇ ਮੁੱਕਣੀ ਨਹੀਂ। ਜਿੱਥੇ ਆਪਾਂ ਜ਼ਿਕਰ ਕਰਦੇ ਖਾਲਸਾ ਰਾਜ ਦਾ, ਜਿੱਥੇ ਆਪਾਂ ਜ਼ਿਕਰ ਕਰਦੇ ਹਾਂ ਗੁਰੂ ਵੱਲੋਂ ਮਿਲੀ ਹੋਈ ਉਸ ਵਡਿਆਈ ਦਾ, ਤੇ ਇਹ ਸਦਾ ਹੀ ਸਿੱਖ ਦੇ ਜੀਵਨ 'ਚ ਵਰਤਦੀ ਰਹਿਣੀ ਹੈ। ਤੇ ਗੁਰੂ ਪਿਆਰਿਆਂ ਨੇ ਇਹੀ ਸਿਜਦੇ ਕੀਤੇ ਸਨ, ਅਰਦਾਸ ਕੀਤੀ ਸੀ। ਤੇ ਸਿੱਖ ਅੱਜ ਵੀ ਦਿੱਲੀ ਤਖਤ ਪਰ ਬਹੇਗੀ ਗੁਰੂ ਕੀ ਫੌਜ, ਛਤਰ ਝੁਲੇਂਗੇ ਖੂਬ ਕਰੇਗੀ ਮੌਜ। ਇਹ ਇਤਿਹਾਸ ਦੇ ਬੋਲੇ ਨੇ ਗੁਰਮੁਖ ਜਨੋ, ਜਿਹੜੇ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਨੇ। ਕੋਈ ਗੱਲ ਨਹੀਂ 30,000 ਸ਼ਹੀਦ ਹੋ ਗਏ, ਕੋਈ ਗੱਲ ਨਹੀਂ। 2 ਜਾਣੇ ਰਹਿ ਗਏ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ। ਆਨਾ ਲਾਇਆ ਗੱਡੇ ਨੂੰ, ਟਕਾ ਲਾਇਆ ਖੋਤਾ, ਜਾ ਆਖੋ ਜਾ ਕੇ ਭਾਬੋ ਖਾਨੋ ਨੂੰ, ਇਉਂ ਆਖੇ ਸਿੰਘ ਗਰਜਾ ਤੇ ਬੋਤਾ। ਉਹ ਲਿਖ ਦਿੱਤਾ ਸੀ ਭਾਈ ਇਹ ਕਿਸੇ ਦੇ ਅਧੀਨ ਨਹੀਂ, ਜਿਹੜੀ ਦਾਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਇਹ ਇਤਿਹਾਸ, ਇਹ ਘੱਲੂਘਾਰੇ ਦੱਸਦੇ ਨੇ ਗੁਰਮੁਖ ਪਿਆਰਿਓ, ਸਿੱਖਾਂ ਦੇ ਅੰਦਰ ਉਹ ਚੜ੍ਹਦੀ ਕਲਾ, ਉਹ ਵਿਗਾਸ, ਉਹ ਸਦਾ ਹੀ ਬਣਿਆ ਰਿਹਾ। ਮੁਰਸ਼ਦ ਇਨਕਾ ਵਲੀ ਭਇਓ ਹੈ, ਆਬੋ ਹਯਾਤ ਇਨਕੋ ਦਿਓ ਹੈ। ਕਾਣ ਨਾਏ ਕਿਸਹੂ ਕੀ ਰਾਖਤ, ਸ਼ਹਿਨਸ਼ਾਹ ਖੁਦ ਹੀ ਕੋ ਭਾਖਤ। ਉਹ ਸ਼ਹਿਨਸ਼ਾਹੀ ਜਿਹੜੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇੰਨਾ ਕੁਝ ਵਾਪਰਿਆ ਇਹ ਇਤਿਹਾਸ ਤੇ ਸੱਚ ਜਾਣਿਓ ਇਤਿਹਾਸ ਉਹ ਦੀਵਾ ਹੁੰਦਾ ਹੈ। ਪੁਰਾਣੇ ਬਜ਼ੁਰਗਾਂ ਨੇ ਆਖਿਆ ਜਿਵੇਂ ਦੇਹਰੀ ਦੀਪਕ ਹੁੰਦਾ ਹੈ। ਪੁਰਾਣੇ ਬਜ਼ੁਰਗ ਸਾਡੇ ਸਰਫੇ ਤੋਂ ਕੰਮ ਲਿਆ ਕਰਦੇ ਸਨ। ਦੇਹਰੀ ਦੀਪਕ ਹੁੰਦਾ ਸੀ ਜਿਹੜਾ ਦਲਹੀਜ ਤੇ ਰੱਖਿਆ ਹੁੰਦਾ ਸੀ, ਅੰਦਰ ਵੀ ਚਾਨਣ ਹੈ ਤੇ ਬਾਹਰ ਵੀ ਚਾਨਣ ਹੈ। ਇਤਿਹਾਸ ਇਹ ਦੇਹਰੀ ਦੀਪਕ ਹੈ ਜੋ ਪਿਛੋਕੜ ਕੋਲੋਂ ਆਪਾਂ ਸੇਧ ਲੈ ਕੇ ਆਪਣਾ ਵਰਤਮਾਨ ਸਵਾਰਨਾ ਹੁੰਦਾ ਹੈ। ਉਸ ਪਿਛੋਕੜ ਕੋਲੋਂ ਜੋ ਸਾਡੇ ਬਜ਼ੁਰਗਾਂ ਨੇ ਪੂਰਨੇ ਪਾਏ, ਧਰਮ ਵਾਸਤੇ, ਸੱਚ ਵਾਸਤੇ, ਮਨੁੱਖਤਾ ਵਾਸਤੇ। ਕਿਸੇ ਅਦੀਬ ਨੇ ਕਿਹਾ ਵੀ ਸੱਚ ਜਾਣਿਓ ਕੁਝ ਖਾਸੀਅਤ ਹੈ ਜੋ ਸਤਿਗੁਰਾਂ ਨੇ ਸਾਡੇ 'ਚ ਭਰੀ ਹੈ। ਬੜੇ ਸਮੇਂ ਤੋਂ ਜ਼ਾਲਮ ਇਹ ਕੋਸ਼ਿਸ਼ ਕਰਦਾ ਪਿਆ, ਕੁਛ ਬਾਤ ਹੈ ਹਸਤੀ ਮਿਟਤੀ ਨਹੀਂ ਹਮਾਰੀ। ਸदियों से रहा है ਜ਼ਾਲਮ ਜ਼ੋਰ ਅਜਮਾ ਰਹਾ। ਪਤਾ ਨਹੀਂ ਕਿੰਨੇ ਸਮੇਂ ਤੋਂ ਜ਼ੋਰ ਅਜਮਾਉਂਦੇ ਰਹੇ, ਪਰ ਕੁਝ ਖਾਸੀਅਤ ਹੈ ਗੁਰਮੁਖ ਪਿਆਰਿਓ, ਖਾਲਸੇ ਦੀ ਹਸਤੀ ਨਹੀਂ ਮਿਟ ਸਕਦੀ। ਉਹ ਚੜ੍ਹਦੀ ਕਲਾ ਨਹੀਂ ਖਾਲਸੇ ਦੀ ਕਦੇ ਮੁੱਕ ਸਕਦੀ, ਜਿਹੜੀ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਗੁਰਮੁਖ ਜਨੋ ਇਹ 1762 ਘੱਲੂਘਾਰਾ ਹੁੰਦਾ ਹੈ। ਇਸ ਤੋਂ ਅੱਗੇ ਤੁਸੀਂ ਵੇਖਿਓ ਮਿਸਲਾਂ ਫੇਰ ਇਕੱਠੀਆਂ ਹੋ ਜਾਂਦੀਆਂ ਨੇ। ਫਿਰ 1700 ਤੋਂ ਅੱਗੇ ਤੋਂ ਬਾਅਦ ਰਾਜ ਤਖਤ ਮਿਲਦੇ ਨੇ, ਦਿੱਲੀ ਤੱਕ ਨਿਸ਼ਾਨ ਸਾਹਿਬ ਝੂਲਦੇ ਨੇ। ਤੇ 50 ਸਾਲ ਦਾ ਉਹ ਵਕਤ ਗੁਰਮੁਖ ਪਿਆਰਿਓ, ਜਦੋਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਤੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਦੇਗੋ ਤੇਗੋ ਫਤਰੇ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ। ਵੇਖੋ ਜਦੋਂ ਵੀ ਤੁਸੀਂ ਵੇਖਣਾ ਖਾਲਸਾ ਰਾਜ ਆਇਆ, ਸਿੱਕੇ ਵੇਖਿਓ, ਮੋਹਰਾਂ ਵੇਖਿਓ, ਉੱਥੇ ਗੱਲ ਇਹ ਲਿਖੀ ਹੈ, ਆਹ ਤਖਤ ਹੈ, ਇਹ ਰਾਜ ਹੈ, ਇਹ ਦੇਗ ਹੈ, ਇਹ ਤੇਗ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਹੈ। ਤੇ ਸਿੱਖ ਦੀ ਦੇਗ ਤੇ ਸਿੱਖ ਦੀ ਤੇਗ ਉਹਦੀ ਸਦਾ ਫਤਿਹ ਰਹੇਗੀ। ਦੇਗ ਤੇ ਤੇਗ ਵਾਸਤੇ ਸਿੱਖ ਸਦਾ ਅਰਦਾਸ ਕਰਦਾ ਰਹੇਗਾ। ਤੇ ਗੁਰਮੁਖੋ ਦੇਗ ਵੀ ਮਨੁੱਖਤਾ ਵਾਸਤੇ ਹੈ ਤੇ ਸਿੱਖ ਦੇ ਕੋਲ ਤੇਗ ਵੀ ਮਨੁੱਖਤਾ ਵਾਸਤੇ ਹੈ। ਹਥਿਆਰ ਫੜਿਆ ਕਿਸੇ ਨੂੰ ਗੁਲਾਮ ਬਣਾਉਣ ਵਾਸਤੇ ਨਹੀਂ, ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ।
ਤੇ ਤੁਸੀਂ ਇਤਿਹਾਸ ਪੜ੍ਹਿਓ, ਕਈ ਸਦੀਆਂ 700 ਸਾਲ, ਜੇ ਆਪਾਂ ਮੁਹੰਮਦ ਬਿਨ ਕਾਸਮ ਤੋਂ ਗੱਲ ਸ਼ੁਰੂ ਕਰੀਏ, 700 ਸਾਲ ਲਗਭਗ ਇਸ ਦੇਸ਼ ਨੇ, ਹਿੰਦੁਸਤਾਨ ਨੇ ਗੁਲਾਮੀ ਦੀਆਂ ਜੰਜੀਰਾਂ ਵਿੱਚ ਆਪਣਾ ਸਮਾਂ ਬਤੀਤ ਕੀਤਾ ਹੈ। ਉਹ ਤੇ ਮੇਰੇ ਧੰਨ ਗੁਰੂ ਨਾਨਕ ਦੇਵ ਹੀ ਸਨ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇਹ ਹਲੇਮੀ ਰਾਜ ਦਾ ਸਾਨੂੰ ਰਸ ਬਖਸ਼ਿਆ। ਬਾਬਰ ਵਰਗਿਆਂ ਨੂੰ ਜ਼ਾਬਰ ਕਹਿਤਾ, ਹਾਕਮਾਂ ਦੇ ਅੱਗੇ ਹਿੱਕ ਡੋਂਦੇ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਵੇਖੋ ਆਹ ਦਸਤਾਰ ਹੈ ਜਿਹੜੀ ਦਾਤ ਬਖਸ਼ੀ, ਸ਼ਸਤਰ ਦੀ ਦਾਤ ਬਖਸ਼ੀ। ਹਾਕਮ ਨਹੀਂ ਕਦੇ ਚਾਹੁੰਦਾ ਲੋਕ ਆਰਥਿਕ ਤੌਰ ਤੇ ਸੁਤੰਤਰ ਹੋਣ, ਹਾਕਮ ਕਦੇ ਨਹੀਂ ਚਾਹੁੰਦਾ ਲੋਕ ਸ਼ਸਤਰ ਦੇ ਤੌਰ ਤੇ ਸਮਰੱਥ ਹੋ ਜਾਣ। ਚਾਹੁੰਦੀਆਂ ਨੇ ਸਰਕਾਰਾਂ ਵੀ ਇਹਨਾਂ ਨੂੰ ਆਰਥਿਕ ਤੌਰ ਤੇ ਆਟੇ ਦਾਲ ਦੀਆਂ ਸਕੀਮਾਂ 'ਚ ਉਲਝੇ ਰਹਿਣ, ਇਹ ਮੰਗਤੇ ਜੇ ਬਣੇ ਰਹਿਣ। ਪਰ ਮੇਰੇ ਸਤਿਗੁਰ ਨੇ ਕਿਹਾ ਨਹੀਂ, ਸ਼ਸਤਰ ਵੀ ਚਾਹੀਦਾ ਹੈ। ਹੱਕ ਨਹੀਂ ਸੀ ਕਿਸੇ ਨੂੰ, ਆਪਣੇ ਮੋਢੇ ਤੋਂ ਛੋਟੀ ਡਾਂਗ ਬੰਦਾ ਰੱਖ ਸਕਦਾ ਸੀ, ਸ਼ਸਤਰ ਨਹੀਂ ਸੀ ਰੱਖ ਸਕਦਾ। ਤੇ ਗੁਰਮੁਖ ਜਣੋ, ਮੇਰੇ ਗੁਰੂ ਸਤਿਗੁਰ ਨੇ ਬਖਸ਼ਿਸ਼ ਕੀਤੀ, ਘਰ 'ਚ 6 ਮਹੀਨੇ ਦੇ ਦਾਣੇ ਭੜੋਲੇ 'ਚ ਬੰਦਾ ਰੱਖ ਸਕਦਾ ਸੀ, ਜ਼ਿਆਦੇ ਨਹੀਂ ਸੀ ਰੱਖ ਸਕਦਾ। ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਲੋਕਾਂ ਨੂੰ ਆਰਥਿਕ ਤੌਰ ਤੇ, ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰੀਏ, ਆਰਥਿਕ ਤੌਰ ਤੇ ਸੁਤੰਤਰਤਾ ਦੀ ਗੱਲ ਕਰੀਏ, ਧੰਨ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਨਿਰੰਤਰ ਤੁਸੀਂ ਵੇਖਿਓ, ਅੱਗੇ ਨਵਾਬ ਕਪੂਰ ਸਿੰਘ ਦਾ ਜ਼ਿਕਰ ਆਉਂਦਾ ਹੈ, ਅੱਗੇ ਮਿਸਲਾਂ ਦਾ ਜ਼ਿਕਰ ਆਉਂਦਾ ਹੈ, ਅੱਗੇ ਖਾਲਸਾ ਰਾਜ ਦਾ ਜ਼ਿਕਰ ਆਉਂਦਾ ਹੈ। ਗੁਰਮੁਖ ਪਿਆਰਿਓ, ਇਹ ਸੁਤੰਤਰਤਾ ਦਿੱਤੀ ਗਈ ਹੈ, ਹੱਕ ਦਿੱਤੇ ਗਏ ਨੇ। ਦੱਸਿਆ ਇਹ ਦਾਤ ਰੱਬ ਨੇ ਸਾਨੂੰ ਜਿਹੜਾ ਜੀਵਨ ਬਖਸ਼ਿਆ, ਤੇ ਇਹ ਜੀਵਨ, ਇਹਦੇ 'ਚ ਉਹ ਦਾਤ ਹੋਏ, ਜਜ਼ਬਾ ਹੋਏ ਬੰਦੇ ਕੋਲ ਗੱਜਣ ਦਾ, ਕਹਿਣ ਦਾ ਹੱਕ ਹੋਏ, ਕਿਸੇ ਜ਼ਾਲਮ ਨੂੰ ਜ਼ਾਲਮ ਕਹਿ ਦੇਣਾ, ਇਹ ਵੀ ਬੜੀ ਵੱਡੀ ਗੱਲ ਹੈ। ਤੇ ਸਤਿਗੁਰਾਂ ਨੇ ਸਾਨੂੰ ਇਹ ਹਲੇਮੀ ਰਾਜ ਬਖਸ਼ਿਆ, ਮਨੁੱਖਤਾ ਦੇ ਵਾਸਤੇ ਦੇਗ ਤੇ ਤੇਗ ਬਖਸ਼ੀ ਹੈ। ਤੇ ਇਹਦੇ ਵਾਸਤੇ ਤੁਸੀਂ ਵੇਖੋ ਕਿੰਨੀਆਂ ਖੂਨ ਦੀਆਂ ਨਦੀਆਂ ਖਾਲਸੇ ਨੂੰ ਤਰਨੀਆਂ ਪਈਆਂ ਨੇ, ਲੋਕਾਂ ਨੂੰ ਸੁੱਖ ਦੇਣ ਵਾਸਤੇ। ਗੁਰਮੁਖੋ, ਆਪਣੇ ਵਾਸਤੇ ਨਹੀਂ ਇਕੱਲੇ, ਮਨੁੱਖਤਾ ਵਾਸਤੇ ਸਾਕਾ ਹੈ, ਮਨੁੱਖਤਾ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਦਾ ਸਾਕਾ ਕਦੋਂ ਵਾਪਰੇ? ਆ ਹਿੰਦੂ ਧਰਮ ਵਾਸਤੇ। ਖਾਲਸੇ ਰਾਜ ਨੇ ਸਾਕੇ ਵਰਤਾਏ, ਧੀਆਂ ਭੈਣਾਂ ਨੂੰ ਮੋੜ ਕੇ ਲਿਆਉਂਦੇ ਸਨ। ਦੁਰਾਨੀ ਅਬਦਾਲੀ ਵਰਗਿਆਂ ਕੋਲੋਂ ਭਲਿਓ ਲੋਕਾਂ ਨੂੰ ਕਹਿੰਦੇ ਸਨ, ਇਹਨਾਂ ਹਾਕਮਾਂ ਕੋਲੋਂ ਡਰੋ ਨਾ। ਧੀਆਂ ਭੈਣਾਂ ਉਹ ਛੁਡਾਈਆਂ ਨੇ ਗੁਰਮੁਖ ਪਿਆਰਿਆਂ ਨੇ। ਤੇ ਜਿੱਥੇ ਆਪਣਾ ਜਾਣ ਕੇ ਗੁਰੂ ਖਾਲਸਾ ਨੇ ਤਸੱਦਦ ਝੱਲੇ ਨੇ, ਪਰ ਸੱਚ ਹੈ ਉਹਨੂੰ ਅੱਜ ਤੱਕ ਬਗਾਨੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਅੱਜ ਤੱਕ ਸੱਚ ਜਾਣਿਓ। ਉਹ ਕਹਿੰਦੇ ਨੇ, ਤੇ ਜਦੋਂ ਹੱਕ ਮੰਗਣ ਦੀ ਗੱਲ ਆਈਏ ਨਾ, ਫਿਰ ਕਹਿੰਦੇ ਖਾਲਿਸਤਾਨੀ ਹੈ। ਇਹ ਉਪਰੇ ਨੇ ਜੀ। ਗੁਰਮੁਖ ਪਿਆਰਿਓ, ਜਦੋਂ ਉਹਨਾਂ ਨੇ ਗੱਲ ਕੀਤੀ ਹੈ, ਆਪਣਿਆਂ ਵਿੱਚ ਰਹਿ ਕੇ ਵੀ ਗੁਰੂ ਪਿਆਰੇ ਉਪਰਿਆਂ ਵਰਗਾ ਮਹਿਸੂਸ ਕਰਦੇ ਰਹੇ, ਅੱਜ ਤੱਕ ਹੁੰਦਾ ਆਇਆ ਹੈ। ਪਰ ਸੱਚ ਜਾਣਿਓ, ਇਤਿਹਾਸ ਗਵਾਹੀ ਭਰਦਾ ਹੈ, ਖਾਲਸੇ ਅੰਦਰ ਉਹ ਜਜ਼ਬਾ, ਉਹ ਚੜ੍ਹਦੀ ਕਲਾ, ਉਹ ਗੁਰੂ ਦਾ ਭਰੋਸਾ ਸਦਾ ਬਣਿਆ ਰਹੇਗਾ। 30,000 ਸਿੰਘ ਸਿੰਘਣੀਆਂ ਸ਼ਹੀਦ ਹੋਏ, ਤੇ ਅਰਦਾਸ ਇਹੀ ਸੀ, ਸਤਿਗੁਰੂ ਤਤ ਖਾਲਸਾ ਰਹਿ ਗਏ। ਸਤਿਗੁਰੂ ਆ ਤਤ ਖਾਲਸਾ ਰਹਿ ਗਏ। ਸਤਿਗੁਰੂ ਤੇਰੀ ਕਿਰਪਾ ਵਰਤੀ ਹੈ, ਤਤ ਖਾਲਸਾ ਰਹਿ ਗਿਆ। ਤੇਰੀ ਕਿਰਪਾ ਵਰਤੇਗੀ, ਤਤ ਖਾਲਸਾ ਫਿਰ ਤਖਤ ਮੱਲ ਲਏਗਾ। ਤੇ ਮੱਲ ਲਏ ਗੁਰਮੁਖ ਪਿਆਰਿਓ, ਬਹੁਤਾ ਵਕਤ ਨਹੀਂ ਲੱਗਾ। ਤੇ ਸਾਨੂੰ ਇਤਿਹਾਸ ਦੱਸਦਾ ਹੈ, ਅਸੀਂ ਗੱਜਣਾ ਹੈ। ਅਗਾਂਹ ਕੂ ਤਰਾਂਗ, ਪਿੱਛਾਂ ਫੇਰ ਨਾ ਮੋਹੜੜਾ। ਸਿੱਖ ਅੱਗੇ ਵੇਖਦਾ ਹੈ, ਚੜ੍ਹਦੀ ਕਲਾ ਨੂੰ ਸਾਹਮਣੇ ਰੱਖਦਾ ਹੈ। ਇਹ ਵਿਹੜਾ ਉਹਨਾਂ ਗੁਰਮੁਖ ਪਿਆਰਿਆਂ ਦਾ ਇਤਿਹਾਸ ਸਦਾ ਮਨੁੱਖਤਾ ਨੂੰ ਸਮਰਪਿਤ ਰਿਹਾ। ਇਹ ਦਿਹਾੜੇ ਬੜੇ ਵਿਲੱਖਣ ਨੇ ਗੁਰਮੁਖ ਪਿਆਰਿਓ, ਸਾਨੂੰ ਦੱਸਦੇ ਨੇ ਵੀ ਜਿਹੜਾ ਰਾਹ ਗੁਰੂ ਨਾਨਕ ਸਤਿਗੁਰ ਨੇ ਬਖਸ਼ਿਆ ਨਾ, ਉਹ ਜਨਮ ਸਾਖੀਆਂ ਦੇ ਬੋਲ ਨੇ। ਅੱਜ ਮੇਰੇ ਗੁਰੂ ਨਾਨਕ ਮੜੀਆਂ 'ਚ ਬੈਠੇ ਨੇ, ਭਾਈ ਮਰਦਾਨੇ ਨੂੰ ਆਵਾਜ਼ ਮਾਰੀ, ਮਰਦਾਨਿਆਂ ਚੱਲੀਏ। ਸਤਿਗੁਰ ਮੜੀਆਂ 'ਚ ਕਿਉਂ? ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਜੇ ਸੱਚ ਧਰਮ ਦੇ ਰਾਹ ਤੇ ਤੁਰਨਾ ਭਲਿਓ, ਉੱਥੇ ਆਪਣੇ ਆਪੇ ਨੂੰ ਮਾਰਨਾ ਜ਼ਰੂਰ ਪੈਂਦਾ ਹੈ। ਆਪਣੇ ਆਪੇ ਨੂੰ, ਸਵਾਰਥ ਨੂੰ, ਖੁਦਗਰਜ਼ੀ ਨੂੰ ਮਾਰ ਕੇ ਹੀ
ਧਰਮ ਮਨੁੱਖਤਾ ਵਾਸਤੇ ਕੁਝ ਕੀਤਾ ਜਾ ਸਕਦਾ ਹੈ। ਤੇ ਗੁਰਮੁਖ ਪਿਆਰਿਓ, ਸੱਚ ਜਾਣਿਓ, ਸਾਡੇ ਆਗੂਆਂ ਨੇ, ਉਹਨਾਂ ਗੁਰਮੁਖਾਂ ਨੇ ਆਪਣੇ ਸਵਾਰਥ ਨੂੰ, ਖੁਦਗਰਜ਼ੀਆਂ ਨੂੰ, ਧੜਿਆਂ ਨੂੰ ਪਾਸੇ ਰੱਖ ਕੇ ਗੁਰੂ ਨੂੰ ਅੱਗੇ ਰੱਖਿਆ, ਗੁਰੂ ਦੀ ਵਿਚਾਰਧਾਰਾ ਨੂੰ ਅੱਗੇ ਰੱਖਿਆ। ਤੇ ਜ਼ਰੂਰ ਆਪਾਂ ਸੇਧ ਲਈਏ ਸੱਚ ਜਾਣਿਓ ਇਹਨਾਂ ਦਿਹਾੜਿਆਂ ਕੋਲੋਂ। ਸਾਡਾ ਵੀ ਗੁਰੂ ਨਾਨਕ ਦਾ ਵਿਹੜਾ ਖਿਲਰਿਆ ਨਾ ਰਹੇ। ਗੁਰਮੁਖ ਪਿਆਰਿਓ, ਸਾਨੂੰ ਵੀ ਸਿਰ ਜੋੜ ਕੇ ਬਹਿਣਾ ਆ ਜਾਏ। ਅਸੀਂ ਤੇ ਇਕੱਠੇ ਨਹੀਂ ਹੁੰਦੇ। ਵੱਡਾ ਘੱਲੂਘਾਰਾ ਦੱਸਦਾ 50,000 ਸਿੰਘ ਸਿੰਘਣੀਆਂ ਇਕੱਠੇ ਸਨ। ਕਿੰਨੀਆਂ ਮਿਸਲਾਂ ਸਨ ਉਹਦੇ 'ਚ, ਕਿੰਨੀਆਂ ਜਥੇਬੰਦੀਆਂ ਸਨ, ਪਰ ਜਦੋਂ ਗੁਰੂ ਦੀ ਪੰਥ ਦੀ ਗੱਲ ਆਉਂਦੀ ਹੈ, ਖਾਲਸਾ ਇਕੱਠਾ ਹੈ, ਇੱਕੋ ਹੀ ਹੈ। ਸੋ ਗੁਰਮੁਖੋ, ਸਾਨੂੰ ਵੀ ਸਿਰ ਜੋੜ ਕੇ ਬਹਿਣਾ ਆ ਜਾਏ। ਸਾਨੂੰ ਵੀ ਆਪਣੇ ਮੁਕਾਮ ਤੇ ਕਲਾਮ, ਸਾਨੂੰ ਵੀ ਉਸ ਮਰਿਆਦਾ ਵਾਸਤੇ, ਗੁਰੂ ਘਰਾਂ ਵਾਸਤੇ, ਗੁਰੂ ਦੀ ਬਾਣੀ ਵਾਸਤੇ, ਮਨੁੱਖਤਾ ਵਾਸਤੇ ਖੜਨਾ ਆ ਜਾਏ ਤੇ ਲੜਨਾ ਆ ਜਾਏ। ਤੇ ਸੱਚ ਜਾਣਿਓ, ਸਹਿਯੋਗ ਤੁਸੀਂ ਕਰ ਰਹੇ ਹੋ ਇਹਨਾਂ ਪੁਰਖਿਆਂ ਦੇ ਪਾਏ ਹੋਏ ਪੂਰਨਿਆਂ ਤੇ। ਚਲੋ ਅੱਜ ਉਹ ਕਿਰਤੀ ਕਿਸਾਨ ਲੋਕ ਸੰਘਰਸ਼ ਕਰ ਰਹੇ ਨੇ, ਖੜੇ ਵੀ ਨੇ ਤੇ ਲੜ ਵੀ ਰਹੇ ਨੇ ਹਕੂਮਤ ਦੇ ਨਾਲ। ਤੇ ਗੁਰਮੁਖ ਜਨੋ, ਇਤਿਹਾਸ ਆਪਣੇ ਆਪ ਨੂੰ ਦੁਹਰਾਉਣਾ ਰਹਿੰਦਾ ਹੈ, ਹਮੇਸ਼ਾ ਹੀ ਦੁਹਰਾਉਂਦਾ ਰਹੇਗਾ। ਤੇ ਇਹ ਇਤਿਹਾਸ ਉਹ ਸੰਜੀਵਨੀ ਬੂਟੀ ਹੈ ਜਿਹੜੀ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹੇਗੀ। ਸੋ ਅੱਜ ਦਾ ਉਹ ਦਿਹਾੜਾ 36 ਘੰਟੇ ਗੁਰੂ ਪਿਆਰੇ ਜੂਝਦੇ ਰਹੇ ਸਨ। ਵੇਖੋ 36 ਘੰਟੇ, ਥੋੜ੍ਹਾ ਜਿਹਾ ਵਿਸ਼ਰਾਮ ਮਿਲਦਾ, ਲੜਦੇ ਅੱਗੇ ਤੁਰਦੇ ਗਏ। ਤੇ ਇਹਨਾਂ 36 ਘੰਟਿਆਂ 'ਚ 30,000 ਤੋਂ ਵੱਧ ਖਾਲਸਾ ਕੌਮ ਚੜ੍ਹਾਈ ਕਰ ਜਾਂਦੀ ਹੈ। ਫਿਰ ਵੀ ਗੁਰੂ ਪਿਆਰੇ ਚੜ੍ਹਦੀ ਕਲਾ 'ਚ ਰਹੇ, ਗੱਜਦੇ ਰਹੇ। ਆਪਾਂ ਵੀ ਚੜ੍ਹਦੀ ਕਲਾ 'ਚ ਰਿਹਾ ਕਰੀਏ। ਥੋੜ੍ਹਾ ਬਹੁਤ ਸਮਾਂ ਵੇਖੋ, ਤੁਸੀਂ ਨੌਕਰੀਆਂ ਕਰਦੇ ਹੋ, ਘਰਾਂ ਪਰਿਵਾਰਾਂ ਵਾਲੇ ਆਪਣੇ, ਸਮੇਂ 'ਚੋਂ ਜ਼ਰੂਰੀ ਨਹੀਂ ਪੈਸੇ ਦਾ ਦਸਵੰਧ, ਸਮੇਂ ਦਾ ਦਸਵੰਧ ਵੀ ਬੜੀ ਵੱਡੀ ਗੱਲ ਹੁੰਦੀ ਹੈ। ਕਿਸੇ ਪੰਥ ਦੇ ਕੰਮ, ਮੈਂ ਵੇਖਣਾ ਗੁਰਮੁਖ ਜਨੋ ਜਿਨ੍ਹਾਂ ਨੇ ਗੁਰੂ ਨੂੰ ਸੇਵਾ ਨੂੰ ਸਮਰਪਿਤ ਹੋਏ ਨੇ, ਸਮਾਂ ਵੀ ਦਿਆ ਕਰੀਏ ਗੁਰੂ ਪੰਥ ਵਾਸਤੇ, ਗੁਰੂ ਖਾਲਸੇ ਵਾਸਤੇ। ਗੁਰਮੁਖ ਜਨੋ, ਜਿੱਥੇ ਵੀ ਪੰਥ ਦੇ ਕਾਜ ਹੋਣ, ਧਨ ਦੀ ਵੀ ਠੀਕ ਹੈ ਲੋੜ ਹੈ, ਸਮੇਂ ਦੀ ਵੀ ਲੋੜ ਹੈ। ਸਾਨੂੰ ਜ਼ਰੂਰ ਚਾਹੀਦਾ ਹੈ ਅਸੀਂ ਉਹ ਕਾਰਜਾਂ 'ਚ ਸੇਵਾ ਕਰਦੇ ਰਹੀਏ, ਹਾਜ਼ਰ ਰਹੀਏ, ਤਾਂ ਜੋ ਜਿਹੜਾ ਸਾਨੂੰ ਸਤਿਗੁਰਾਂ ਨੇ ਮਾਰਗ ਦੱਸਿਆ, ਆਪ ਲਾਹਾ ਲੈ ਕੇ ਮਨੁੱਖਤਾ ਦੀ ਝੋਲੀ 'ਚ ਵੀ ਆਪਾਂ ਬਹੁਤ ਕੁਝ ਪਾ ਸਕੇ। ਬਾਣੀ ਨੂੰ ਸਿੱਖੀ ਪ੍ਰਚਾਰ ਵਾਸਤੇ ਜ਼ਰੂਰ ਗੁਰਮੁਖੋ ਸਮਾਂ ਕੱਢਿਆ ਕਰੋ। ਮੈਨੂੰ ਕਹਿਣ ਦੇਣਾ, ਲੰਗਰ ਦਾ ਖਰਚਾ ਵੀ ਜ਼ਰੂਰੀ ਹੈ, ਪਰ ਗੁਰਮੁਖੋ ਸ਼ਬਦ ਦਾ ਪਰਚਾ ਵੀ ਜ਼ਰੂਰੀ ਹੈ। ਇਹ ਨਾ ਹੋਏ ਲੰਗਰ ਦੇ ਖਰਚੇ ਵੱਧ ਜਾਣ ਤੇ ਸ਼ਬਦ ਦੇ ਪਰਚੇ ਘਟ ਜਾਣ। ਨਿਰੰਤਰ ਚੱਲਦਾ ਰਹੇ। ਸੇਵਾ ਦੇ ਕਾਜ ਨੇ, ਸ਼ਬਦ ਦੇ ਪਰਚੇ ਦੀ ਸੇਵਾ ਦੀ ਬੜੀ ਜ਼ਰੂਰਤ ਹੈ ਅੱਜ ਕੱਲ੍ਹ ਸਾਨੂੰ। ਗੁਰਮੁਖ ਜਨੋ, ਜ਼ਰੂਰ ਆਪਣੇ ਸਮੇਂ 'ਚੋਂ ਪੰਥ ਵਾਸਤੇ, ਖਾਲਸੇ ਵਾਸਤੇ, ਗੁਰੂ ਦੇ ਵਿਹੜੇ ਵਾਸਤੇ ਜ਼ਰੂਰ ਗੁਰਮੁਖੋ ਸਮਾਂ ਕੱਢਿਆ ਕਰੀਏ। ਆਪ ਬਾਤ ਸੁਣਿਆ ਕਰੀਏ। ਜੋ ਵੀ ਤੁਸੀਂ ਕਾਜ ਕਰਦੇ ਹੋ, ਕਰਮ ਕਰਦੇ ਹੋ, ਕਿਰਤ ਕਰਦੇ ਹੋ, ਜਿੱਥੇ ਵੀ ਬੈਂਕ 'ਚ ਹੋਵੋ, ਕਿਤੇ ਹੋਵੋ, ਸਿੱਖੀ ਦੀ ਸ਼ਬਦ ਦੀ ਬਾਤ ਜ਼ਰੂਰ ਪਾਇਆ ਕਰੋ। ਜ਼ਰੂਰ ਹੈ, ਇਹ ਸਿੱਖ ਦਾ ਫਰਜ਼ ਬਣਦਾ ਹੈ। ਗੁਰੂ ਸਮੁੰਦਰ ਵਰਗਾ, ਸਿੱਖ ਬੱਦਲ ਵਰਗਾ ਹੈ। ਜਿਵੇਂ ਬੱਦਲ ਸਮੁੰਦਰ ਦੇ ਪਾਣੀ ਨੂੰ ਧਰਤੀ ਤੇ ਖਿਲਾਰ ਦਿੰਦੇ ਨੇ, ਗੁਰਮੁਖੋ ਗੁਰੂ ਦੀਆਂ ਦਾਤੀਆਂ ਵਡਿਆਈਆਂ ਨੂੰ ਆ ਸਿੱਖ ਨਹੀਂ ਖਿਲਾਰਨਾ, ਇਹਨਾਂ ਅੱਗੇ ਪਹੁੰਚਾਉਣਾ ਹੈ ਲੋਕਾਂ ਤੱਕ। ਇਹ ਜ਼ਰੂਰ ਆਪਾਂ ਆਪਣਾ ਫਰਜ਼ ਨਿਭਾਈਏ। ਗੁਰ ਕਿਰਪਾ ਕਰਨ। ਮਹਾਨ ਸਿੰਘ ਸਿੰਘਣੀਆਂ ਨੂੰ ਸਾਡਾ ਸਾਰਿਆਂ ਦਾ ਕੋਟਾਨ ਕੋਟ ਪ੍ਰਣਾਮ ਹੈ, ਸਿਜਦਾ ਹੈ। ਸ਼ਹੀਦ ਹੈ ਜੋ ਕੌਮ ਕਾ, ਜਿਹੜੇ ਕੌਮਾਂ ਦੇ ਸ਼ਹੀਦ ਹੁੰਦੇ ਨੇ, ਕੋਈ ਹਸਰਤ ਨਹੀਂ, ਕੋਈ ਲਾਲਚ ਨਹੀਂ, ਤੇ ਜਿਨ੍ਹਾਂ ਨੇ ਸਭ ਕੁਝ ਕੌਮ ਮਨੁੱਖਤਾ ਵਾਸਤੇ ਵਾਰੇ ਹੈ। आशिक हैं जो शहादत के वो जीना छोड़ देते हैं, जिस्म को खिलौना समझ कर फोड़ देते हैं। ना तख्तों ताज ना हूरों की हसरत है, खुदा भी खुदाई दे उसे भी मोड़ देते हैं। उन्हां नूं कोई लालसा नहीं गुरमुख जनों, तां ही साडा ये पंथ खलोता है उन्हां नीहां ते जिन्हां नीहां च उन्हां शहीदां ने अपने सिर लाए ने, अपना खून सिंझे है।
ਗੁਰੂ ਸਤਿਗੁਰ ਸਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਇਤਿਹਾਸਕ ਜੋ ਦਿਹਾੜਾ ਹੈ, ਇਹਦੇ ਭਾਈ ਸਾਹਿਬ ਨੇ ਬੜੇ ਵਿਸਥਾਰਪੂਰਵਕ ਸਾਰਾ ਕੁਝ ਆਪ ਜੀ ਨੂੰ ਦੱਸਿਆ। ਮੈਂ ਦੱਸਾਂ ਕਿ ਜੋ ਜਗ੍ਹਾ ਹੈ ਇਹ ਮਲੇਰਕੋਟਲਾ ਤੋਂ ਜੋ ਆਪਾਂ ਲੁਧਿਆਣੇ ਜਾਂਦੇ ਹਾਂ ਤਾਂ ਮਲੇਰਕੋਟਲਾ ਤੋਂ ਕੋਈ 12 ਕਿਲੋਮੀਟਰ ਦੂਰ ਕੁੱਪ ਕਹਿੰਦੇ ਆ, ਆਮ ਤੌਰ 'ਤੇ ਉੱਥੇ ਕੁੱਪ ਕਿਹਾ ਜਾਂਦਾ, ਕੁੱਪਰਹੀੜ ਇਹ ਜਗ੍ਹਾ ਹੈ। ਉੱਥੇ ਮੈਮੋਰੀਅਲ ਬਣੇ ਹੋਏ ਨੇ, ਜ਼ਰੂਰ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਜਾਓ, ਇਹ ਜ਼ਰੂਰੀ ਹੈ। ਭਾਈ ਸਾਹਿਬ ਵੱਲੋਂ ਕਥਾ ਸਵੇਰ